श्री गुरु गोबिंद सिंह बिसाला। तरु तरा पग पुन पुन सीसा, पग पुन पुन सीसा। बंदों जी बार बार जगदीशा। जामह अमृत ज्ञान है, मानक भगत बैराग। धन श्री गुरु ग्रंथ उदद, बंदों कर अनुराग। एक ओंकारा सतगुरु, जिह प्रसाद सच होए। वाहिगुरु जी की फतेह, बिघ्न विनाशन सोए। वाहिगुरु जी की फतेह, बिघ्न विनाशन सोए। श्री गुर कहें सुनो दिज काना, दुख दा लखो पखंड निदाना। जब आन जम पकड़ चलावें, डंडे मूंड लगे बिल लावें। वाहिगुरु जी का खालसा, वाहिगुरु जी की फतेह। गुरु दर ते हाजिर गुरु सवारी खालसा जी, आप जी वडभागे हो जो 8वें पातशाह बाला प्रीतम सतगुरु, जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल, छतर चवर तखत दे मालक, धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है जदों सतगुरु लाहौर तो अगे तुरे ने, उस वक्त सतगुरु जी ने एक पंडित वेख्या
ਜੋ ਗੋਬਰ ਦੇ ਨਾਲ ਚੌਂਕਾ ਸੁੱਚਾ ਕਰਕੇ, ਕਾਰਾਂ ਕੱਢ ਕੇ, ਨਹਾ ਕੇ ਆਪਣੇ ਸਰੀਰ ਦੇ ਉੱਪਰ 12 ਤਿਲਕ ਲਾਉਂਦਾ ਹੈ, ਸਾਲਗ੍ਰਾਮਾਂ ਦਾ ਇਸ਼ਨਾਨ ਕਰਾਉਂਦਾ ਹੈ, ਪੂਜਾ ਕਰਦਾ ਹੈ, ਫਿਰ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ ਹੱਥ ਵਿੱਚ ਲੰਬੀ ਮਾਲਾ ਲੈ ਕੇ, ਔਰ ਲੋਕਾਂ ਨੂੰ ਕਹਿੰਦਾ ਹੈ ਕਿ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ। ਗੁਰੂ ਜੀ ਨੇ ਜਿਹੜੀ ਉਹਦੀ ਮਾਇਆ ਸੀ ਉਹ ਚਕਵਾਈ, ਉਹਦੇ ਪਿਛਲੇ ਪਾਸੇ ਮਿੱਟੀ ਵਿੱਚ ਦਫਨਾ ਦਿੱਤੀ। ਤਕਰੀਬਨ ਇੱਕ ਮੁਹੂਰਤ ਸਮਾਂ ਬਤੀਤ ਹੋਇਆ, 1 ਘੜੀ 23-24 ਮਿੰਟ। ਪੰਡਤ ਨੇ ਬਗਲੇ ਵਾਲੀਆਂ ਅੱਖਾਂ ਖੋਲੀਆਂ ਕਿ ਵੇਖਾਂ ਭਲਾ ਮਾਇਆ ਕਿੰਨੀ ਹੋਈ ਹੈ, ਤਾਂ ਕੀ ਵੇਖਿਆ, ਨਾ ਸਾਲਗ੍ਰਾਮਾਂ ਵਾਲੀ ਚੌਂਕੀ, ਨਾ ਮਾਇਆ। ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੰਡਤ ਜੀ, ਜਦੋਂ ਤੁਹਾਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ ਤੇ ਇਹਦਾ ਤਾਂ ਫਿਰ ਕੋਈ ਸਵਾਲ ਹੀ ਨਹੀਂ ਬਣਦਾ ਕਿ ਇਹ ਚੀਜ਼ਾਂ ਗੁੰਮ ਹੋ ਜਾਣ, ਗਵਾਚ ਜਾਣ। ਤੁਸੀਂ ਦੁਬਾਰਾ ਧਿਆਨ ਕਰੋ, ਹੋ ਸਕਦਾ ਹੈ ਕਿਤੇ ਨਾ ਕਿਤੇ ਤੁਹਾਡੇ ਧਿਆਨ ਵਿੱਚ ਆ ਜਾਣ। ਹੁਣ ਉਸ ਪੰਡਤ ਨੂੰ ਗੱਲ ਸਮਝ ਆ ਗਈ ਕਿ ਇਹ ਜਿਹੜਾ ਫਕੀਰ ਹੈ, ਇਹ ਸੰਤ ਹੈ। ਸੁਣ ਕੇ ਬਿਆੰਗ ਬਚਨ ਦਿਜ ਜਾਨੀ, ਇਨਕੀ ਦ੍ਰਿਸ਼ਟ ਵਿਖੈ ਕਿਤ ਬਾਨੀ। ਕਹਿਣ ਲੱਗਾ ਕਿ ਇਹ ਜਿਹੜਾ ਸੰਤ ਹੈ, ਮੇਰੀਆਂ ਚੀਜ਼ਾਂ ਇਹਦੀ ਦ੍ਰਿਸ਼ਟੀ ਵਿੱਚ ਨੇ, ਇਹਦੇ ਧਿਆਨ ਗੋਚਰੀਆਂ ਨੇ, ਕਿਤੇ ਨਾ ਕਿਤੇ ਇਹਦੀਆਂ ਅੱਖਾਂ ਦੇ ਸਾਹਮਣੇ ਨੇ। ਫਿਰ ਉਸਨੇ ਵਕਤ ਨਹੀਂ ਗਵਾਇਆ। ਸਾਡੀ ਗਲਤੀ ਹੈ ਕਿ ਅਸੀਂ ਫੜੇ ਵੀ ਜਾਈਏ ਤਾਂ ਫਿਰ ਵੀ ਅਸੀਂ ਝੂਠ ਬੋਲਦੇ ਰਹਿੰਦੇ ਹਾਂ। ਪੰਡਤ ਦੀ ਕਿਸਮਤ ਚੰਗੀ ਸੀ, ਉਹ ਖੜਾ ਖੜੋਤਾ ਹੀ, ਝੂਠ ਤਿਆਗ ਤਬ ਸਾਚ ਬਖਾਨਾ, ਪੇਟ ਕੇ ਹੇਤ ਹੋਤੀ ਗੁਜਰਾਨਾ। ਕਹਿਣ ਲੱਗਾ, ਸੰਤ ਜੀ, ਇਹ ਸਭ ਕੁਝ ਇਸ ਪਾਪੀ ਪੇਟ ਦਾ ਸਵਾਲ ਹੈ। ਢਿੱਡ ਦੀਆਂ 2 ਰੋਟੀਆਂ ਵਾਸਤੇ ਮੈਂ ਪਖੰਡ ਕਰਦਾ, ਕਿਹੜੀ ਅੰਤਰਜਾਮਤ ਹੈ ਮੇਰੇ ਕੋਲੇ। ਇਹ ਕਥਾ ਆਪਾਂ ਨੇ ਕੱਲ ਸੁਣੀ ਹੈ। ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਸੀ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ, ਥਨਸ਼ਟ ਜਗ ਭ੍ਰਿਸ਼ਟ ਹੋਆ, ਡੂਬਤਾ ਇਵ ਜਗ। ਕੱਲ ਮੈਂ RAM ਨਾਮ ਸਾਰ, ਅੱਖੀਂ ਤਾਂ ਮੀਟੈ ਨਾਕ ਪਕੜੈ, ਠੱਗਣ ਕਉ ਸੰਸਾਰ। ਪੰਡਤ ਦੁਨੀਆ ਦੇ ਵਿੱਚ ਅਗਰ ਕੋਈ ਤੱਤ ਹੈ ਤਾਂ ਉਹ ਪਰਮੇਸ਼ਰ ਦੇ ਨਾਮ ਦਾ ਹੈ। ਬਾਕੀ ਤੁਸੀਂ ਜੋ ਕੁਝ ਵੀ ਕਰਦੇ ਹੋ, ਇਹ ਸਿਰਫ ਦੁਨੀਆ ਨੂੰ ਠੱਗਣ ਦੇ ਪ੍ਰਪੰਚ ਨੇ। ਇਹ ਚੀਜ਼ਾਂ ਨਾ ਤੁਹਾਡੇ ਇੱਥੇ ਕੰਮ ਆਉਣੀਆਂ ਨੇ, ਨਾ ਤੁਹਾਡੇ ਅੱਗੇ ਕੰਮ ਆਉਣੀਆਂ ਨੇ। ਜਿਹੜੀਆਂ ਚੀਜ਼ਾਂ ਆਪਾਂ ਇੱਥੇ ਇਕੱਠੀਆਂ ਕੀਤੀਆਂ ਨੇ, ਕਦੇ ਆਪਾਂ ਸੋਚਿਆ ਵੀ ਇਹਨਾਂ ਨੂੰ ਕਿੰਨੇ ਸਾਲ ਵਰਤਦੇ ਆ ਆਪਾਂ? ਅਗਰ ਅਸੀਂ ਆਪਣੀ ਜ਼ਿੰਦਗੀ ਦੀ ਵੀ ਗੱਲ ਕਰੀਏ, 100 ਸਾਲ ਵੀ ਬੰਦੇ ਦੀ ਉਮਰ ਹੋਵੇ ਨਾ, 50 ਸਾਲ ਤੇ 100 ਕੇ ਕੱਟ ਜਾਂਦੀ ਹੈ, ਰਹਿ ਗਏ 50 ਸਾਲ। ਉਹਦੇ ਚੋਂ ਕੁਝ ਬਚਪਨ ਵਿੱਚ ਕੱਟ ਜਾਣਗੇ, 12, 13, 14 ਸਾਲ। 85 ਸਾਲ ਤੋਂ ਉੱਪਰਲੇ ਜਿਹੜੇ ਨੇ ਉਹ ਬੁਢੇਪੇ 'ਚ ਕੱਟ ਜਾਣਗੇ।
14 ਉੱਤੋਂ ਲਾ ਲਓ, 14 ਥੱਲੇ ਲਾ ਲਓ, ਬਾਕੀ ਕਿੰਨੇ ਬਚੇ? 50 ਚੋਂ 28 ਕੱਢ ਦਿਓ, ਰਹਿ ਗਏ 22 ਸਾਲ। ਜਦੋਂ ਤੁਹਾਨੂੰ ਕੋਈ ਟੈਲੀਫੋਨ ਮਿਲਦਾ ਹੈ, ਕੰਪਿਊਟਰ ਮਿਲਦਾ ਹੈ, ਅਗਲਾ ਕਹਿੰਦਾ ਇਹਦੇ ਜੀ ਬੈਟਰੀ ਬੈਕਅਪ 24 ਘੰਟੇ 48 ਘੰਟੇ ਹੈ। ਪੁੱਛੋ ਵੀ ਰੋਟੀ ਰਾਟੀ ਵੀ ਖਾਣੀ ਹੈ ਕਿ ਨਹੀਂ ਖਾਣੀ? ਘੜੀ ਸੌਣਾ ਵੀ ਹੈ ਕਿ ਨਹੀਂ ਸੌਣਾ? ਘਰ ਦਾ ਕੋਈ ਕੰਮ ਕਰਨਾ ਹੈ ਕਿ ਬਸ ਉਹ ਬੈਟਰੀ ਬੈਕਅਪ ਤੇ ਹੀ ਚੜੇ ਰਹਿਣਾ ਹੈ? ਲੱਖ ਦੁਨੀਆ ਦੇ ਰੰਗ ਤਮਾਸ਼ੇ ਹੋਣ ਬੰਦਿਆ, ਤੇਰੀ ਖਾਣ ਪਹਿਨਣ ਹੰਡਾਉਣ ਦੀ ਇੱਕ ਸੀਮਾ ਹੈ। ਤੁਸੀਂ ਖਾਣ ਬੈਠ ਜਾਓ, 400 ਗ੍ਰਾਮ ਆਮ ਬੰਦੇ ਦੀ ਡਾਈਟ ਹੈ, ਡਬਲ ਖਾ ਲੋਗੇ 800 ਗ੍ਰਾਮ ਖਾ ਲੋਗੇ। ਬਾਕੀ ਚੀਜ਼ਾਂ ਜਿੰਨੀਆਂ ਟੇਬਲ ਤੇ ਸਜੀਆਂ ਨੇ ਉਹ ਤੁਹਾਡੇ ਕਿਸੇ ਕੰਮ ਨਹੀਂ। ਜਿਨ੍ਹਾਂ ਲੋਕਾਂ ਨੇ ਬਫੇ ਲਾਉਣੇ ਸ਼ੁਰੂ ਕੀਤੇ ਨੇ ਉਹ ਪਾਗਲ ਥੋੜਾ ਨੇ ਕੋਈ। ਉਹ ਕਹਿੰਦੇ ਜੀ ਥਾਲੀ ਲੈਣੀ ਹੈ ਤੇ ਇਹ ਰੇਟ ਹੈ, ਆਰਡਰ ਕਰਨਾ ਹੈ ਤੇ ਇਹ ਰੇਟ ਹੈ, ਪਰ ਜੇ ਬਫੇ ਲੈਣਾ ਹੈ ਤੇ ਇਹ ਰੇਟ। ਉਹਨਾਂ ਨੂੰ ਪਤਾ ਵੀ ਜਿੰਨਾ ਮਰਜ਼ੀ ਖਾ ਲਵੇ ਬੰਦਾ, ਕੀ ਫਰਕ ਪੈਂਦਾ ਹੈ? ਉਹਨਾਂ ਨੂੰ ਪਤਾ ਇੰਨੇ ਗ੍ਰਾਮ ਤੋਂ ਵੱਧ ਇਹ ਬੰਦਾ ਕੁਝ ਨਹੀਂ ਖਾ ਸਕਦਾ। ਔਰ ਉਹਦੀ ਵੀ ਵੇਖੋ ਕਿੰਨੀ ਵੱਡੀ ਉਹਨਾਂ ਦੀ ਸਟੱਡੀ ਹੈ। ਉਹਦੇ ਵਿੱਚ ਤੁਸੀਂ ਮਿੱਠਾ ਖਾ ਲਓ, ਤੁਸੀਂ ਸੈਲਡ ਖਾ ਲਓ, ਫਰੂਟ ਖਾ ਲਓ, ਟੋਟਲ ਉਹਨੇ 400 500 600 800 ਗ੍ਰਾਮ ਖਾਣਾ ਹੈ ਤੁਸੀਂ। ਇਹ ਨਹੀਂ ਵੀ 800 ਗ੍ਰਾਮ ਤੁਸੀਂ ਆਟਾ ਖਾ ਲੋਗੇ, ਮੁੜ ਕੇ ਇੰਨੀ ਕੁ ਦਾਲ ਖਾ ਲੋਗੇ, ਇੰਨਾ ਕੁ ਸੈਲਡ ਖਾ ਲੋਗੇ, ਇੰਨਾ ਕੁ ਫਰੂਟ ਵੀ ਖਾ ਲੋਗੇ, ਇੰਨੀ ਕੁ ਆਈਸਕ੍ਰੀਮ ਵੀ ਖਾ ਲੋਗੇ। ਇੱਦਾਂ ਨਹੀਂ ਹੈ, ਟੋਟਲੀ ਡਾਈਟ ਇੰਨੀ ਹੈ ਤੁਹਾਡੀ। 400 ਆਮ ਬੰਦੇ ਦੀ ਹੈ, 800 ਬਹੁਤੇ ਭੁੱਖੇ ਦੀ ਹੈ। ਸਤਿਗੁਰੂ ਜੀ ਸਮਝਾਉਂਦੇ ਨੇ, ਬੰਦਿਆ ਆਂਖ ਅੱਖੀ ਤਾਂ ਮੀਟੈ, ਨਾਕ ਪਕੜੈ, ਠੱਗਣ ਕਉ ਸੰਸਾਰ। ਇਹ ਅੱਖਾਂ ਮੀਟਣੀਆਂ ਤੇ ਨੱਕ ਫੜਨੇ, ਇਸ ਸੰਸਾਰ ਵਿੱਚ ਠੱਗੀ ਮਾਰਨ ਤੋਂ ਵੱਧ ਕੁਝ ਵੀ ਨਹੀਂ ਹੈ। ਹਾਂਜੀ। ਸ਼੍ਰੀ ਗੁਰ ਕਹੈ ਸੁਨੋ ਦਿਜ ਕਾਨਾ, ਦੁਖ ਦਾ ਲਖੂ ਪਖੰਡ ਨਿਦਾਨਾ। ਸਤਿਗੁਰੂ ਜੀ ਨੇ ਕਿਹਾ, ਪੰਡਤ ਜੀ ਕੰਨਾਂ ਨਾਲ ਸੁਣੋ, ਇਹ ਪਖੰਡ ਦੁਖਦਾਈ ਬਹੁਤ ਹੈ। ਜਦੋਂ ਤੁਹਾਨੂੰ ਕੋਈ ਕਹਿੰਦਾ ਹੈ ਨਾ ਵੀ 10 ਨੌਹਾਂ ਦੀ ਕਿਰਤ ਕਰੋ, ਤੇ ਤੁਹਾਨੂੰ ਇਦਾਂ ਲੱਗਦਾ ਵੀ ਇਹਦੇ 'ਚ ਪਸੀਨਾ ਵਗੇਗਾ, ਇਹਦੇ ਵਿੱਚ 8 10 12 ਘੰਟੇ ਰੋਜ਼ ਕੰਮ ਕਰਨਾ ਪਵੇਗਾ। ਪਰ ਮੈਂ ਬੇਨਤੀ ਕਰਾਂ, ਚੋਰੀ ਨਾਲੋਂ ਚੰਗਾ ਹੈ। ਚੋਰੀ ਜਿਹੜੀ ਕਰਨੀ ਹੈ ਨਾ, ਉਹ ਰਾਤ ਨੂੰ ਕੰਧ ਟੱਪਣੀ ਪੈਂਦੀ ਹੈ। 10 ਨੌਹਾਂ ਦੀ ਕਿਰਤ ਲਈ ਕੰਧ ਟੱਪਣ ਦੀ ਲੋੜ ਨਹੀਂ ਹੈ। ਆਪਣੇ ਜਿਹੜੇ ਵੱਡੇ ਬਜ਼ੁਰਗ ਸੀ ਨਾ, ਉਹ ਕਹਿੰਦੇ ਹੁੰਦੇ ਸੀ, ਅੱਜ ਕੱਲ੍ਹ ਨਹੀਂ ਕਹਿੰਦੇ। ਅੱਜ ਕੱਲ੍ਹ ਨਾ ਇਸਤਰੀ ਬੰਦੇ ਨੂੰ ਕਵੇ, ਨਾ ਬੰਦਾ ਇਸਤਰੀ ਨੂੰ ਕਵੇ, ਨਾ ਮਾਂ ਬਾਪ ਬੱਚਿਆਂ ਨੂੰ ਕਵੇ, ਤੇ ਨਾ ਬੱਚੇ ਹੀ ਮਾਂ ਬਾਪ ਨੂੰ ਪੁੱਛਦੇ ਨੇ ਵੀ ਬਾਪੂ ਤਨਖਾਹ ਇੰਨੀ ਹੈ, ਮਾਲ ਕਿੱਥੋਂ ਆਉਂਦਾ ਹੈ। ਕੋਈ ਨਹੀਂ ਪੁੱਛਦਾ। ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ, ਕਹਿੰਦੇ ਪੁੱਤਰ ਚੋਰ ਨੂੰ ਖਾਂਦਿਆਂ ਨਾ ਵੇਖਿਆ ਕਰੋ, ਜਿੱਥੇ ਥਾਣੇ 'ਚ ਕੁੱਟ ਪੈਂਦੀ ਹੈ ਨਾ, ਉੱਥੇ ਵੇਖਿਆ ਕਰੋ ਵੀ ਚੋਰ ਦਾ ਕੀ ਹਾਲ ਹੈ। ਅੱਜ ਅਸੀਂ ਸਾਰੇ ਇਸੇ ਪੱਟੇ ਤੇ ਚੜੇ ਹੋਏ ਆ। ਸਤਿਗੁਰੂ ਜੀ ਕਹਿਣ ਲੱਗੇ, ਪੰਡਤ ਇਹ ਮਾਇਆ ਦੁਖਦਾਈ ਹੈ। ਮੈਂ ਆਪ ਜੀ ਨੂੰ ਸਿੰਪਲ ਜੀ ਇੱਕ ਬੇਨਤੀ ਕਰਨੀ ਚਾਹੁੰਦਾ। ਜਿਹੜੀ ਤੁਸੀਂ ਆਮ ਸਧਾਰਨ ਕਮਾਈ ਕਰਦੇ ਹੋ, ਕਿ ਉਹ ਠੀਕ ਹੈ ਕਿ ਜਿਹੜੀ ਹੇਰਾ ਫੇਰੀ ਦੀ ਕਰਦੇ ਹੋ ਉਹ ਠੀਕ ਹੈ? ਹੁਣ ਸਵਾਲ ਇਹ ਨਹੀਂ ਕਿ ਉਹਦੇ 'ਚ ਤੁਸੀਂ ਸਾਈਬਰ ਕ੍ਰਾਈਮ ਦੀ ਵਰਤੋਂ ਕਰਦੇ ਹੋ, ਉਹਦੇ ਵਿੱਚ ਤੁਸੀਂ ਨਕਲੀ ਮਾਲ ਵੇਚਣ ਦੀ ਗੱਲ ਕਰਦੇ ਹੋ। ਉਹਦਾ ਤੁਹਾਡਾ ਮੈਥਡ ਥਿਊਰੀ ਭਾਵੇਂ ਕੋਈ ਹੋਵੇ, ਕੀ ਗਲਤ ਕੰਮ ਤੁਹਾਨੂੰ ਕਦੇ ਸੌਣ ਦਿੰਦਾ? ਜਦੋਂ ਤੁਸੀਂ ਡਿਲੀਵਰੀ ਭੇਜਦੇ ਹੋ ਗਲਤ ਕੰਮ ਦੀ, ਜਿੰਨਾ ਚਿਰ ਮਾਲ ਪਹੁੰਚ ਨਹੀਂ ਜਾਂਦਾ, ਕਾਗਜ਼ ਫਟ ਨਹੀਂ ਜਾਂਦੇ, ਨੀਂਦ ਨਹੀਂ ਆਉਂਦੀ।
ये भी चेता रखना। मैं तो कई बारी गल सुनाई आप जी नूं। हुण वकील ने क्लाइंट नूं पढ़ा दिता, अपने नूं, क्लाइंट पढ़ गया। वो जदों जज कोई गल करे वो करे बां, जज ने कहा तो पागल आदमी फड़ के लैंदा है, उन्हें बरी करता। बाहर निकले, वकील कहता फीस, उन्हें उन्होंने भी करके विखाया बां। ये चेता रखना, जिहड़े रस्ते असी तुरे हैं ये रस्ता ठीक नहीं है। इस रस्ते ते कदे तुहानूं सुख दी नींद नहीं आएगी, कदे इहदे विच तुहानूं चैन, शांति, पीस, सुकून, आनंद कदे नहीं आएगा। जिन्नी लेबर क्लास नींद भर के लैंदी है, कदे तुसीं वेख्या भी उन्होंने पटड़ी ते पिया नूं मक्खी मच्छर लड़दा होवे ना, ना उन्होंने साडे जिन्नियां बीमारियां लगदियां ने। जिहड़ी कमाई ठगी ठोरी दी कमाई है, चोरी चकारी दी कमाई है, अंत सतगुरु दी बाणी कहती इसने तुहानूं दुख देना है। इहदा पाठ सुन लेना। पापां बाजों होवे नाही, करो किरपा, पापां बाजों होवे नाही, मोया साथ ना जाई। दूजी पंक्ति की है, विख्या कै धन सदा दुख होए, ना साथ जाए ना प्राप्त होए। इन्हें तुहानूं दुख ही देना है, होर देना ही कुछ नहीं। इन्हें इस माया ने तुहानूं कदे सुख नहीं देना। हाँ जी। जबै आन जम पकड़ चलावै, डंडह मूंड लगै बिल लावै। जदों जम आउणगे तुहानूं पकड़ के लै जाणगे, मूँह ते डंडे मारनगे। फिर सुन लेना, जबै आन जम पकड़ चलावें, डंडे मूंड लगै। फिर डंडे मूँह ते वजदे ने, बिल लावें, जिन्होंने डंडे पैंदे ने वो बिल लाउंदे ने। बिल लाउण तो अर्थ हुंदा है रोना, जिन्हों चीक चहाड़ा कहने आप। बक ज्यों बैठे लाए ध्याना, सब मैं मुख दे कथै ज्ञाना। जिवें बगला ध्यान ला के बहिंदा है, तुसी कदे बगले नूं पानी विच खलोते वेख्या? जे नहीं कदे जिंदगी च वेख्या तो हुण जरूर वेख्यो जे। भावें दोवां लत्तां दे भार खलोता होवे, पर अमूमन वो एक्शन की पोजीशन विच रहिंदा है। एक पैर पूरा थले ला लैंदा है, एक लत्त उन्हें चुकी हुंदी, वो जिवें नहीं हुंदा रेस वालियां दा, तुसीं वेख्या होएगा। जिहड़े लोग दौड़दे ने, जदों उन्होंने दौड़ना हुंदा है ना, अगर तुसीं उन्हां दी पोजीशन वेखी होवे, एक पैर थोड़ा जिहा उन्होंने उपर चुकिया हुंदा है। बगले की हालत भी यही होंगी भी जिथे डड्डी वेखी उत्थे पैर गांह कर लेना है। जेडे लोग पखंडी ने, जदों गुरबाणी पढ़ोगे उदों ही बार बार आएगा, बक ध्यान लगायो। इन्हां लोकां दा ध्यान बगले वर्गा जे। संसार दे लोको भावें एक लत्त ते खलोते ने, रब नूं मिलण लई नहीं जे खलोते, इत्थे डड्डियां मच्छियां फड़न वास्ते बगले वांगू खलोते ने। बगला पानी विच एक लत्त ते खलो जाता है, फिर की करता है? कोई मूवमेंट नहीं करता, क्योंकि जे पानी हिलेगा ना, उहदे लागे कोई डड्डी मच्छी, कोई पानी का जीव आएगा ही नहीं। जदों पानी बिल्कुल शांत होएगा, रुकिया होएगा, उत्थे इदां दे जीव जंतु नेड़े आउणगे तो वह बगला चुंझ मार के फड़ लेगा उन्होंने।
ਆ ਜਿਹੜੇ ਬੰਦੇ ਤੁਹਾਨੂੰ ਲੱਗਦਾ ਹੈ ਨਾ ਧਿਆਨ ਧਰਦੇ ਨੇ ਜੀ, ਇਹ ਧਿਆਨ ਇਦਾਂ ਦਾ ਹੀ ਧਰਦੇ ਨੇ। ਸਤਿਗੁਰੂ ਪਿਤਾ ਜੀ ਕਹਿਣ ਲੱਗੇ, ਬਕ ਜਿਉ ਬੈਠੇ ਲਾਏ ਧਿਆਨਾ, ਸਭ ਮੈਂ ਮੁਖ ਤੇ ਕਥੇ ਗਿਆਨਾ। ਲੋਕਾਂ ਨੂੰ ਮੂੰਹ ਦੇ ਨਾਲ ਗਿਆਨ ਦੀਆਂ ਗੱਲਾਂ ਸੁਣਾਉਣਗੇ, ਆਪਣਾ ਧਿਆਨ ਉਹਨਾਂ ਦਾ ਮਾਇਆ ਦੇ ਵਿੱਚ ਹੈ। ਹਾਂਜੀ, ਧਨ ਕਾਰਨ ਸਭ ਕੀਨ ਉਪਾਈ, ਮਨ ਸਦੀਵ ਲੋਭੈ ਡਹਿਕਾਈ। ਲੋਕਾਂ ਨੂੰ ਉਪਦੇਸ਼ ਕਰਦੇ ਨੇ ਤੇ ਯਤਨ ਸਾਰੇ ਮਾਇਆ ਵਾਸਤੇ ਨੇ। ਇਸੇ ਕਰਕੇ ਉਹਨਾਂ ਦਾ ਆਪਣਾ ਮਨ ਜਿਹੜਾ ਹੈ ਉਹ ਡੋਲਦਾ ਰਹਿੰਦਾ ਹੈ। ਕਦੇ ਉਹਨਾਂ ਦੀ ਜ਼ਿੰਦਗੀ 'ਚ ਤੁਸੀਂ ਟਿਕਾਓ ਨਹੀਂ ਵੇਖੋਗੇ, ਸਹਿਜ ਨਹੀਂ ਵੇਖੋਗੇ, ਸ਼ਾਂਤੀ ਨਹੀਂ ਵੇਖੋਗੇ। ਕਦੇ ਤੁਸੀਂ ਨਾ ਆਪਣੀ ਮਨ ਦੀ ਅਵਸਥਾ, ਜਿਵੇਂ ਅਸੀਂ ਸਾਨੂੰ ਸਿਰਫ ਇੱਕ ਚੀਜ਼ ਵੇਖਣੀ ਆਈ ਹੈ, ਉਹ ਹੈ ਤੁਹਾਡੀ ਹਾਰਟ ਬੀਟ। ਹੁਣ ਨਵਾਂ ਕੰਮ ਆ ਗਿਆ ਕਿ ਆਕਸੀਮੀਟਰ ਆ ਗਏ, ਇੱਕ ਆਪਣੀ ਆਕਸੀਜਨ ਚੈੱਕ ਕਰ ਲਈ, ਇੱਕ ਆਪਣੀ ਹਾਰਟ ਬੀਟ ਚੈੱਕ ਕਰ ਲਈ। ਉਹ ਭਾਈ ਕਦੇ ਮਨ ਦੀ ਬੀਟ ਵੀ ਚੈੱਕ ਕਰੋ। ਮਨ ਤੁਹਾਡਾ ਜਦੋਂ ਤੁਸੀਂ ਕਿਸੇ ਭੁੱਖੇ ਨੂੰ ਰੋਟੀ ਦੇ ਕੇ ਆਓਗੇ, ਨੰਗੇ ਨੂੰ ਕੱਪੜੇ ਦੇ ਕੇ ਆਓਗੇ, ਕਿਸੇ ਗਰੀਬ ਨੂੰ ਪੈਸੇ ਦੇ ਕੇ ਆਓਗੇ, ਕਿਸੇ ਦੀ ਮਦਦ ਕਰਕੇ ਆਓਗੇ, ਕਦੇ ਆਪਣੇ ਪੱਲਿਓਂ ਕੁਝ ਦੇ ਕੇ ਆਓਗੇ, ਤੁਸੀਂ ਘਰ ਬੈਠ ਕੇ ਵੇਖਿਓ ਅੱਜ ਤੁਹਾਡੇ ਮਨ ਦੀ ਅਵਸਥਾ ਕੀ ਹੈ। ਤੇ ਜਿੱਦਣ ਤੁਸੀਂ ਕੁਝ ਕਰਕੇ ਆਓਗੇ ਮਾੜਾ, ਉਦੋਂ ਆਪਣੇ ਮਨ ਦੀ ਅਵਸਥਾ ਦੀ ਸਟੱਡੀ ਕਰ ਲਿਓ ਵੀ ਕੀ ਅਵਸਥਾ ਹੈ ਭਾਈ। ਹੁਣ ਆਪ ਜੀ ਇੱਥੇ ਆਏ ਹੋ, ਕਿਉਂ ਆਏ ਹੋ? ਆਪਣੇ ਮਨ ਦੀ ਸ਼ਾਂਤੀ ਵਾਸਤੇ। ਅਗਰ ਇਹ ਸ਼ਾਂਤੀ ਬਾਹਰ ਮਿਲਦੀ ਹੁੰਦੀ ਕਿਤੇ ਬਾਜ਼ਾਰ ਵਿੱਚ, ਮਾਰਕੀਟ ਵਿੱਚ, ਕਿਤੇ ਰੈਸਟੋਰੈਂਟ ਤੇ ਅਮੀਰਾਂ ਨੇ ਲੈ ਜਾਣੀ ਸੀ ਖਰੀਦ ਕੇ। ਮੈਡੀਕਲ ਸਟੋਰਾਂ ਤੇ ਮਿਲਦੀ ਹੁੰਦੀ ਤਾਂ ਲੋਕਾਂ ਨੇ ਲੈ ਜਾਣੀ ਸੀ, ਪੈਸੇ ਵਾਲਿਆਂ ਨੇ। ਪਰ ਇੱਥੇ ਇੱਕੋ ਹੀ ਸੱਚ ਹੈ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਾਜੇ ਅਨਹਦ ਤੂਰੇ। ਇਹ ਇੱਥੇ ਹੀ ਆਓਗੇ ਤੇ ਪਾਠ ਮਿਲੇਗਾ ਕਿ ਆਨੰਦ ਭਇਆ ਮੇਰੀ ਮਾਏ। ਕਿਵੇਂ? ਸਤਿਗੁਰੂ ਮੈਂ ਪਾਇਆ। ਸਤਿਗੁਰੂ ਕਿਵੇਂ ਮਿਲਿਆ? ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਭੱਜਾ ਨੱਠੀ ਵਿੱਚ ਮਾਇਆ ਮਿਲਦੀ ਹੈ, ਗੁਰੂ ਨਹੀਂ ਮਿਲਦਾ। ਇਹ ਫਿਰ ਚੇਤਾ ਰੱਖਣਾ। ਔਰ ਇਹਦੀ ਵਿਦਵਾਨਾਂ ਨੇ ਉਦਾਹਰਨ ਬੜੀ ਵਧੀਆ ਦਿੱਤੀ ਹੈ। ਉਹ ਕਹਿੰਦੇ ਸੁਨਿਆਰੇ ਦੀ ਦੁਕਾਨ ਤੇ ਜਾਓ, ਵੇਖੋ ਸੁਨਿਆਰਾ ਸੋਨੇ ਨੂੰ ਕਿਵੇਂ ਚੈੱਕ ਕਰਦਾ ਹੈ, ਕਿਹੜਾ ਸੋਨਾ ਸ਼ੁੱਧ ਹੈ, ਕਿਹੜਾ ਸੋਨਾ ਮਿਲਾਵਟ ਵਾਲਾ ਹੈ, ਕਿ ਸੋਨੇ ਵਿੱਚ ਮਲਮਾ ਹੈ। ਉਹਦੇ ਕੋਲੇ ਕੀ ਹੈ? ਉਹਦੇ ਕੋਲੇ ਇੱਕ ਕਸਵੱਟੀ ਹੈ। ਉਹਦੇ ਨਾਲ ਉਹ ਚੈੱਕ ਕਰਦਾ। ਉਹ ਕੀ ਕਰਦਾ? ਉਹ ਕੋਠਾਲੀ ਦੇ ਵਿੱਚ ਸੋਨਾ ਪਾਉਂਦਾ। ਉਹਨੂੰ ਕਿਵੇਂ ਪਤਾ ਲੱਗਦਾ ਵੀ ਹੁਣ ਸੋਨਾ ਸ਼ੁੱਧ ਹੋ ਗਿਆ? ਕਹਿੰਦੇ ਨੇ ਜਦੋਂ ਸੋਨਾ ਕੋਠਾਲੀ ਵਿੱਚ ਭੱਜਣੋਂ ਹਟ ਜਾਏ, ਉਦੋਂ ਫਿਰ ਸੁਨਿਆਰਾ ਗ੍ਰਾਹਕ ਨੂੰ ਕਹਿੰਦਾ, ਭੈਣ ਜੀ ਮੈਨੂੰ ਰੱਬ ਦੀ ਸਹੁੰ ਲੱਗੇ ਜੇ ਸੋਨਾ ਸ਼ੁੱਧ ਨਾ ਹੋਵੇ ਤਾਂ। ਬੱਚਿਆਂ ਦੀ ਸਹੁੰ ਵੀ ਖਾ ਜਾਏਗਾ। ਕਹੇਗਾ ਜਿਸ ਰਿਜ਼ਕ ਦੀ ਗੱਦੀ ਤੇ ਬੈਠਾ ਮੈਨੂੰ ਇਹਦੀ ਵੀ ਸਹੁੰ ਲੱਗੇ ਇਹ ਸੋਨਾ ਬਿਲਕੁਲ ਸ਼ੁੱਧ ਹੈ। ਪੁੱਛੋ ਵੀ ਤੂੰ ਏਡੀਆਂ ਸਹੁੰਆਂ ਖਾ ਚੱਲਿਆ, ਇਹ ਸ਼ੁੱਧ ਹੋਇਆ ਤੇ ਤੈਨੂੰ ਕਿਵੇਂ ਪਤਾ ਲੱਗਿਆ? ਉਹ ਕਹਿੰਦਾ ਜੀ ਆ ਵੇਖੋ ਕੋਠਾਲੀ 'ਚ ਰੁਕ ਗਿਆ। ਜਿੰਨਾ ਚਿਰ ਸੋਨਾ ਭੱਜਾ ਫਿਰਦਾ ਸਮਝ ਲੈਣਾ ਇਹਦੇ 'ਚ ਖੋਟ ਹੈ। ਤੇ ਗੁਰੂ ਪਿਆਰਿਓ, ਤੁਹਾਡਾ ਗੁਰੂ ਤੁਹਾਨੂੰ ਰੋਜ਼ ਕਹਿੰਦਾ ਹੈ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਵੇਖੋ ਲਾਲਚ ਤੇ ਇੰਨਾ ਕੀ ਹੈ ਨਾ ਕਿ ਮੇਰੇ ਕੰਮ ਹੋਣੇ ਚਾਹੀਦੇ ਨੇ।
ਮੇਰੀਆਂ ਮੁਰਾਦਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਮੇਰੇ ਮਕਸਦ ਪੂਰੇ ਹੋਣੇ ਚਾਹੀਦੇ ਨੇ। ਤੁਸੀਂ ਚਾਹੁੰਦੇ ਹੋ ਤੇ ਗੁਰੂ ਵੀ ਚਾਹੁੰਦਾ ਹੈ। ਤੇ ਪੁੱਛੋ ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਇੱਥੇ ਹੈ ਜਿੱਥੇ ਅੱਜ ਸਵੇਰੇ ਗੁਰਬਾਣੀ ਦੀ ਕਥਾ ਹੋਈ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਂਸ ਵਜਾਈਏ ਫੂਕ। ਕਹਿੰਦੇ ਸਿੱਖ ਕਹਿੰਦੇ ਤੇ ਬਾਂਸ ਵਰਗਾ ਹੋ ਗਿਆ, ਇਧਰੋਂ ਫੂਕ ਮਾਰੋ ਤੇ ਦੂਜੇ ਪਾਸੋਂ ਨਿਕਲ ਜਾਂਦੀ ਥੁੱਥ ਹੈ। ਕੋਈ ਗੱਲ ਸੁਣੋਗੇ ਤੇ ਭਾਈ ਤੁਹਾਡੇ ਪੱਲੇ ਪਵੇਗਾ ਕੁਛ। ਜਦੋਂ ਗੁਰੂ ਕੋਲ ਆਓ, ਥੋੜੇ ਤੋਂ ਥੋੜਾ ਸਮਾਂ ਵੀ ਜ਼ਰੂਰ ਬੈਠੋ। ਗੁਰੂ ਦੇ ਘਰ ਦਾ ਸਿਧਾਂਤ ਇਹ ਹੈ ਵੀ ਸੁਣਤੇ ਪੁਨੀਤ, ਕਹਿਤੇ ਪਵਿੱਤ। ਘੱਟੋ ਘੱਟ ਇੱਕ ਕੈਟਾਗਰੀ ਦੇ ਵਿੱਚ ਤਾਂ ਆ ਜਾਓ ਨਾ ਤੁਸੀਂ, ਜਾਂ ਕਹਿਣ ਵਾਲਿਆਂ 'ਚ ਆ ਜਾਓ ਜਾਂ ਸੁਣਨ ਵਾਲਿਆਂ 'ਚ ਆ ਜਾਓ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਸਾਡੇ 'ਚ ਬੜੇ ਲੋਕ ਨੇ, ਗਿਆਨੀ ਜੀ ਗੁਰਬਾਣੀ ਕੀ ਪੜ੍ਹੀਏ, ਪੰਜਾਬੀ ਤਾਂ ਆਉਂਦੀ ਨਹੀਂ। ਪੰਜਾਬੀ ਨਹੀਂ ਆਉਂਦੀ, ਫਿਰ ਕਹਿੰਦੇ ਪਾਠ ਕਿਵੇਂ ਕਰੀਏ? ਇਹਦਾ ਜਵਾਬ ਹੈਗਾ ਭਾਈ, ਜੇ ਤੁਹਾਨੂੰ ਪਾਠ ਪੜ੍ਹਨਾ ਨਹੀਂ ਆਉਂਦਾ, ਤੁਹਾਡੀ ਪ੍ਰੋਬਲਮ ਜੈਨੂਅਨ ਹੈ, ਕਿਉਂਕਿ ਤੁਹਾਨੂੰ ਪੰਜਾਬੀ ਨਹੀਂ ਆਉਂਦੀ। ਪਰ ਹੁਣ ਅਗਲੀ ਗੱਲ ਪੁੱਛੀਏ ਵੀ ਤੁਹਾਨੂੰ ਸੁਣਨਾ ਵੀ ਨਹੀਂ ਆਉਂਦਾ, ਪੜ੍ਹਨਾ ਨਹੀਂ ਆਉਂਦਾ, ਤੇ ਗੱਲ ਸਮਝ ਹੈ ਵੀ ਜਿੱਥੇ ਪਾਠ ਹੁੰਦਾ ਹੋਵੇ ਉੱਥੇ ਬਹਿ ਕੇ ਸੁਣ ਲਓ। ਹੁਣ ਤੁਸੀਂ ਕਹੋ ਜੀ ਸਾਨੂੰ ਸੁਣਨਾ ਵੀ ਨਹੀਂ ਆਉਂਦਾ, ਹੁਣ ਇਹਦਾ ਕੀ ਲੌਜਿਕ ਹੈ? ਇਹਦਾ ਕੋਈ ਜਵਾਬ ਨਹੀਂ ਹੈ। ਇਹਦਾ ਅਰਥ ਇਹ ਹੈ ਕਿ ਮਨ ਚੋਰ ਹੈ, ਇਹ ਨਾ ਪੜ੍ਹਨਾ ਚਾਹੁੰਦਾ ਨਾ ਸੁਣਨਾ ਚਾਹੁੰਦਾ। ਪੜ੍ਹਨਾ ਚਾਹੁੰਦਾ ਤੇ ਸਿੱਖ ਲੈਂਦਾ। ਜੇ ਤੁਸੀਂ ਸਪੈਨਿਸ਼ ਸਿੱਖ ਸਕਦੇ ਹੋ, ਜਰਮਨ ਸਿੱਖ ਸਕਦੇ ਹੋ, ਜੇ ਤੁਸੀਂ ਰਸ਼ੀਅਨ ਭਾਸ਼ਾ ਸਿੱਖ ਸਕਦੇ ਹੋ, ਜੇ ਤੁਹਾਨੂੰ ਚਾਈਨੀਜ਼ ਆ ਸਕਦੀ ਹੈ, ਤੇ ਦੱਸੋ ਤੁਹਾਨੂੰ ਪੰਜਾਬੀ ਕਿਉਂ ਨਹੀਂ ਆ ਸਕਦੀ ਭਾਈ? ਇਹ ਕਿਹੜਾ ਲੌਜਿਕ ਹੈ ਵੀ ਮੈਨੂੰ ਪੰਜਾਬੀ ਨਹੀਂ ਆਉਂਦੀ ਜੀ? ਇਸ ਕਰਕੇ ਸੱਚੇ ਪਾਤਸ਼ਾਹ ਦੇ ਦਰ ਤੇ ਜਦੋਂ ਆਉਂਦੇ ਆ, ਸਤਿਗੁਰੂ ਮਹਾਰਾਜ ਕਹਿਣ ਲੱਗੇ, ਬੰਦਿਆ ਤੂੰ ਧਨ ਕਾਰਨ ਉਪਾਅ ਕਰਦਾ ਹੈ, ਇਹਦੇ ਵਾਸਤੇ ਮਨ ਤੇਰਾ ਡੋਲਦਾ ਰਹਿੰਦਾ ਹੈ, ਕਦੇ ਮਨ ਤੇਰਾ ਸਥਿਰ ਨਹੀਂ ਹੁੰਦਾ, ਕਦੇ ਤੂੰ ਇਕਾਗਰ ਚਿਤ ਨਹੀਂ ਹੁੰਦਾ, ਕਦੇ ਤੇਰੇ ਜੀਵਨ ਵਿੱਚ ਟਿਕਾਓ ਨਹੀਂ ਆਉਂਦਾ। ਹਾਂਜੀ, ਇਹ ਬਿਡੰਬਨਾ ਤਬ ਗਲ ਪੈ ਹੈ, ਅੰਤ ਕਾਲ ਮੈਂ ਬਹੁ ਦੁਖ ਦੈ ਹੈ। ਸਤਿਗੁਰੂ ਜੀ ਕਹਿਣ ਲੱਗੇ, ਬੰਦਿਆ ਇਹ ਠੱਗੀਆਂ ਤੇਰੇ ਗਲ ਪੈ ਜਾਣੀਆਂ ਨੇ। ਤੁਹਾਨੂੰ ਪਤਾ ਹੈ ਤੁਹਾਡੇ ਕੰਮ, ਤੁਹਾਡੇ ਕਰਮ ਕਿਵੇਂ ਬਣਦੇ ਨੇ? ਕੰਮ ਕੀ ਹੈ? ਮੈਂ ਬਾਜ਼ਾਰ ਗਿਆ, ਉੱਥੇ ਮੈਂ ਕਿਸੇ ਦੁਕਾਨ ਤੋਂ ਚੀਜ਼ ਚੁੱਕ ਲਈ, ਘਰ ਲੈ ਆਂਦੀ। ਚੀਜ਼ ਪਈ ਨੂੰ ਹੋ ਗਏ ਨੇ 20 15 30 ਸਾਲ 40 ਸਾਲ। ਅਖੀਰ ਕੀ ਹੋਇਆ ਕਿ ਬੰਦਾ ਤੁਰ ਗਿਆ। ਚੀਜ਼ ਕਿੱਥੋਂ ਚੁੱਕੀ? ਬਾਜ਼ਾਰ ਤੋਂ। ਪਈ ਕਿੱਥੇ ਹੈ? ਘਰ ਵਿੱਚ। ਬੰਦਾ ਕਿੱਥੇ ਹੈ? ਬੰਦਾ ਗਾਂਹ ਚਲਾ ਗਿਆ। ਉਹ ਜਿਹੜੀ ਚੋਰੀ ਕੀਤੀ ਉਹ ਤੁਹਾਡਾ ਕਰਮ ਬਣ ਗਿਆ। ਵਸਤੂ ਇਸ ਦੁਨੀਆ ਵਿੱਚ ਰਹਿ ਗਈ, ਕਰਮ ਤੁਹਾਡੇ ਨਾਲ ਚਲਾ ਗਿਆ। ਅੱਗੇ ਰੱਬ ਨੇ ਕਿਹਾ ਵੀ ਉਹ ਤੂੰ ਚੋਰੀ ਕੀਤੀ ਸੀ ਬਈ, ਹੁਣ ਤੁਸੀਂ ਲੱਖ ਕਹੀ ਜੋ ਜੀ ਮੈਂ ਤਾਂ ਉੱਥੇ ਹੀ ਛੱਡ ਆਇਆ। ਨਹੀਂ, ਉਹ ਤੁਹਾਡੇ ਖਾਤੇ 'ਚ ਪੈ ਚੁੱਕੀ ਹੈ, ਉਹ ਤੁਹਾਡਾ ਕਰਮ ਬਣ ਚੁੱਕਿਆ ਹੈ। ਉਹਨੇ ਤੁਹਾਨੂੰ ਅਗਲੇ ਜਨਮਾਂ ਜਨਮਾਂਤਰਾਂ ਦੇ ਵਿੱਚ ਭੋਗ ਭੋਗਣ ਤੇ ਲਾ ਦੇਣਾ ਹੈ। ਅੱਜ ਵੀ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਬੰਦਿਆ ਇਹ ਠੱਗੀਆਂ ਤੇਰੇ ਗਲ ਪੈ ਜਾਣੀਆਂ ਨੇ, ਅਖੀਰ ਲੇਖਾ ਤੈਨੂੰ ਦੇਣਾ ਪੈਣਾ ਹੈ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਹਾਂਜੀ, ਕਲੀ ਕਾਲ ਕੇ ਪਹਿਰੇ ਮਾਹੀ, ਨਾਮ ਬਹੀਨ ਸਾਰ ਕਿਛ ਨਾਹੀ। ਕਲੀ ਕਾਲ ਦੇ ਪਹਿਰੇ ਦੇ ਵਿੱਚ ਇਹ ਚੇਤਾ ਰੱਖਣਾ, ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ। ਇਹ ਬਾਕੀ ਜਿੰਨੇ ਕਰਮ ਨੇ ਇਹ ਸਭ ਨਿਸਫਲ ਨੇ। ਤੁਸੀਂ ਹੋਰ ਜਿੰਨਾ ਯਤਨ ਕਰੋਗੇ ਇਹ ਵਿਅਰਥ ਹੈ। ਹਾਂਜੀ,
ਤਟ ਤੀਰਥ ਦੇ ਵਾਲੇ ਦੇਵਾ, ਏਕ ਨਾਮ ਬਿਨ ਬਿਰਥੀ ਸੇਵਾ। ਇਹ ਤੀਰਥਾਂ ਦੇ ਤਟ, ਇਹ ਮੰਦਰ, ਇਹ ਠਾਕੁਰ ਦੁਆਰੇ, ਇੱਕ ਨਾਮ ਤੋਂ ਬਿਨਾ ਇਹ ਸੇਵਾ ਵਿਅਰਥ ਹੈ। ਤੀਰਥਾਂ ਤੇ ਤੁਸੀਂ ਜਾਂਦੇ ਹੋ ਤੇ ਕੀ ਉਪਦੇਸ਼ ਕੀ ਹੈ? ਉਪਦੇਸ਼ ਤੇ ਹੀ ਹੈ ਨਾ ਕਿ ਭਾਈ ਪਾਪ ਉਤਾਰ ਜਾਓ ਤੇ ਜਾ ਕੇ ਪੁੰਨ ਕਰੋ। ਪਰ ਅਸੀਂ ਪਾਪ ਉਤਾਰੇ, ਵਾਪਸ ਆ ਕੇ ਫਿਰ ਖੁੱਲ ਕੇ ਕਰਨੇ ਸ਼ੁਰੂ ਕਰ ਦਿੱਤੇ। ਚਾਹੀਦਾ ਇਹ ਸੀਗਾ, ਮੈਂ ਅੱਜ ਵੀ ਪੜ੍ਹ ਰਿਹਾ ਸੀ ਕਿ ਉਹ ਕਹਿੰਦਾ ਜਿਹੜੇ ਪਾਪ ਨੇ ਇਹ ਮਾਫੀ ਮੰਗਣ ਨਾਲ ਮੁੱਕਦੇ ਨਹੀਂ, ਇਹ ਸੁਧਾਰ ਕਰਨ ਨਾਲ ਮੁੱਕ ਜਾਂਦੇ ਨੇ ਕਿ ਅੱਗੇ ਤੋਂ ਪਾਪ ਨਹੀਂ ਕਰਨਾ। ਮਾਫੀ ਦਾ ਅਰਥ ਹੀ ਹੁੰਦਾ ਹੈ। ਮਾਫੀ ਦਾ ਅਰਥ ਇਹ ਨਹੀਂ ਹੁੰਦਾ ਵੀ ਹੁਣ ਛੱਡੋ ਤੇ ਅੱਗੋਂ ਤੋਂ ਕੋਈ ਨਹੀਂ ਜੀ, ਅੱਗੇ ਤੋਂ ਧਿਆਨ ਰੱਖਾਂਗੇ। ਧਿਆਨ ਕੀ, ਵੀ ਹੁਣ ਗਲਤੀ ਨਾ ਫੜੇਗੀ, ਅੱਗੇ ਤੋਂ ਨਹੀਂ ਫੜੇ ਜਾਵਾਂਗੇ, ਹੋਰ ਕੀ ਹੈ। ਸਾਡੇ ਮਾਫੀ ਮੰਗਣ ਦਾ ਮਤਲਬ ਇਹ ਹੁੰਦਾ ਹੈ, ਤੁਸੀਂ ਵੇਖਿਆ ਹੀ ਹੋਏਗਾ, ਚੋਰ ਦਾ ਪਿਓ ਵੀ ਕਹੀ ਜਾਂਦਾ ਕੋਈ ਨਹੀਂ ਜੀ ਹੁਣ ਇੱਕ ਵਾਰੀ ਛੱਡ ਦਿਓ, ਵੀ ਮਤਲਬ ਦੂਜੀ ਵਾਰੀ ਕਾਕਾ ਨਹੀਂ ਹੱਥ ਆਏਗਾ ਤੁਹਾਡੇ, ਹੋਰ ਕੀ ਹੈ। ਐਤਕਾਂ ਤਾਂ ਕੋਈ ਮਿਸਟੇਕ ਹੋ ਗਈ, ਤੁਹਾਡੇ ਹੱਥ ਆ ਗਿਆ। ਨਹੀਂ, ਕਹਿਣਾ ਇਹ ਚਾਹੀਦਾ ਜੀ ਇਹਨੂੰ ਅੱਜ ਮਾਫ ਕਰੋ, ਔਰ ਇਹ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਮੁੜ ਕੇ ਗਲਤੀ ਨਹੀਂ ਕਰੇਗਾ। ਇਹ ਤਰੀਕਾ ਹੈ ਧਰਮ ਦਾ ਉਪਦੇਸ਼, ਇਹ ਹੈ। ਹਾਂਜੀ। ਅਬ ਕੇ ਸਮੈ ਮੁਕਤ ਜੇ ਚਾਹੇ, ਨਾਮ ਵਡਾਈ ਕੋ ਅਵਗਾਹੇ। ਸਤਿਗੁਰੂ ਕਹਿਣ ਲੱਗੇ, ਪੰਡਤ ਜੀ ਆ ਜਿਹੜਾ ਯੁੱਗ ਹੈ ਇਹਦੇ ਵਿੱਚ ਨਾਮ ਦੀ ਵਡਿਆਈ ਹੈ। ਜਿਹੜਾ ਮੁਕਤੀ ਚਾਹੁੰਦਾ ਹੈ, ਜਿਹੜਾ ਪਾਪਾਂ ਤੋਂ ਛੁਟਕਾਰਾ ਚਾਹੁੰਦਾ ਹੈ, ਉਹਨੂੰ ਨਾਮ ਜਪਣਾ ਚਾਹੀਦਾ ਹੈ, ਉਹਨੂੰ ਬਾਣੀ ਪੜ੍ਹਨੀ ਚਾਹੀਦੀ ਹੈ, ਉਹਨੂੰ ਕਰਮ ਕਾਂਡਾਂ ਦੀ ਥਾਂ ਤੇ ਰੱਬ ਦੀ ਸਿਫਤ ਸਲਾਹ ਕਰਨੀ ਬਣਦੀ ਹੈ। ਦੰਬਹਿ ਕੀ ਪੂਜਾ ਸਭ ਤਜੀਏ, ਹਵੈ ਨੇਹ ਕਪਟ ਨਾਮ ਕੋ ਭਜੀਏ। ਸਤਿਗੁਰੂ ਕਹਿਣ ਲੱਗੇ, ਇਹ ਜਿਹੜੇ ਦੰਭ ਨੇ, ਪਖੰਡ ਨੇ, ਇਹ ਪੂਜਾ ਛੱਡ ਦਿਓ, ਨਿਸ਼ਕਪਟ ਹੋ ਜਾਓ। ਕੋਈ ਧੋਖਾ ਨਹੀਂ, ਕੋਈ ਫਰੇਬ ਨਹੀਂ, ਕੋਈ ਠੱਗੀ ਨਹੀਂ, ਕੋਈ ਬੇਈਮਾਨੀ ਨਹੀਂ। ਬਿਲਕੁਲ ਆਪਣਾ ਮਨ ਸੁੱਚਾ ਕਰਕੇ ਉਸ ਪਰਮਾਤਮਾ ਨੂੰ ਸਿਮਰੋ। ਹਾਂਜੀ। ਲਿਵ ਲਾਭੋ ਨਿਸ ਦਿਨ ਸ਼੍ਰੀ ਨਾਮੂ, ਜੇ ਦਿਜ ਤੂੰ ਕਰ ਹੈ ਅਸ ਕਾਮੂ। ਇਸ ਕਰਕੇ ਪਰਮਾਤਮਾ ਦੇ ਨਾਲ ਆਪਣੀ ਪੰਡਤ ਜੀ ਲਿਵ ਲਾਓ। ਜਦੋਂ ਇਦਾਂ ਦੇ ਕੰਮ ਕਰੋਗੇ, ਜਦੋਂ ਸੁਰਤ ਵਾਹਿਗੁਰੂ ਨਾਲ ਜੋੜੋਗੇ, ਉੱਠਦੇ ਬਹਿੰਦੇ ਪਰਮਾਤਮਾ ਨੂੰ ਚੇਤੇ ਕਰਨ ਤੋਂ ਭਾਵ ਇਹ ਨਹੀਂ ਹੈ ਕਿ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਤੇ ਨਾਲੇ ਰੇਹੜੀ ਤੋਂ ਸਬਜ਼ੀ ਚੁੱਕ ਕੇ ਝੋਲੇ 'ਚ ਪਾਈ ਜਾਓ। ਇਹਦਾ ਅਰਥ ਇਹ ਨਹੀਂ ਹੈ। ਇਹਦਾ ਅਰਥ ਇਹ ਹੈ ਕਿ ਜਦੋਂ ਤੁਸੀਂ ਦੁਕਾਨ ਤੇ ਗਏ ਹੋ ਤੇ ਤੁਸੀਂ ਸਬਜ਼ੀ ਵੀ ਵੇਖੀ ਤੇ ਦੁਕਾਨਦਾਰ ਵੀ ਵੇਖੋ। ਕਿ ਉਹ ਗਰੀਬ ਆਦਮੀ ਕਿੰਨੀ ਧੁੱਪ ਵਿੱਚ, ਕਿਹੜੇ ਹਾਲਾਤਾਂ ਵਿੱਚ, ਉਹ ਤੁਹਾਡੇ ਵਾਸਤੇ ਪਤਾ ਨਹੀਂ ਕਿੱਥੋਂ ਕਿੱਥੋਂ ਸਬਜ਼ੀ ਲੱਭ ਕੇ ਲਿਆਇਆ। ਤੁਹਾਡਾ ਹੱਕ ਬਣਦਾ ਹੈ ਕਿ ਕਿਸੇ ਵੀ ਤਰ੍ਹਾਂ ਤੁਸੀਂ ਉਹਦੀ ਮਿਹਨਤ ਜਿਹੜੀ ਹੈ ਉਹ ਦੇ ਕੇ ਆਓ। ਇਹ ਇਨਸਾਫ ਹੈ, ਇਹ ਸਿੱਖਿਆ ਹੈ। ਹਾਂਜੀ। ਦੋਨੋਂ ਲੋਕ ਬਿਖੈ ਸੁਖ ਪਾਹੀ, ਰਿੱਧ ਸਿੱਧ ਆਵੇ ਕਰ ਮਾਹੀ। ਫਿਰ ਤੁਹਾਨੂੰ ਦੋ ਲੋਕਾਂ ਦੇ ਸੁੱਖ ਮਿਲਣਗੇ, ਲੋਕ ਦੇ ਵੀ ਪਰਲੋਕ ਦੇ ਵੀ। ਤੁਹਾਨੂੰ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋਣਗੀਆਂ। ਹਾਂਜੀ। ਹਾਥ ਬੰਦ ਕਏ ਪੁਨ ਦਿਜ ਭਾਖਾ, ਕਹਿਰ ਸੰਤ ਕਿਨ ਜਾਂ ਧਨ ਰਾਖਾ। ਅੱਗੋਂ ਪੰਡਤ ਜਿਹੜਾ ਸੀ ਉਹਨੇ ਹੱਥ ਜੋੜੇ, ਫਿਰ ਕਿਹਾ ਕਹੋ ਸੰਤ ਕਿਨ ਜਾਂ ਧਨ ਰਾਖਾ। ਕਹਿਣ ਲੱਗਾ ਜੀ ਦੱਸੋ ਇਹ ਜਿਹੜਾ ਧਨ ਹੈ ਇਹ ਕਿੰਨੇ ਨਹੀਂ ਰੱਖਿਆ? ਕੋਈ ਹੈ ਦੁਨੀਆ ਵਿੱਚ ਜਿਹਨੇ ਮਾਇਆ ਛੱਡੀ ਹੋਵੇ?
ਇਹ ਚੇਤਾ ਰੱਖਣਾ, ਮਾਇਆ ਕਿਸੇ ਨਹੀਂ ਛੱਡੀ। ਜਦੋਂ ਛੱਡਿਆ ਸਰੀਰ ਹੀ ਛੱਡਿਆ ਬੰਦਿਆਂ ਨੇ। ਜਿੰਨਾ ਚਿਰ ਜਿਉਂਦੇ ਨੇ ਉਹਨਾਂ ਚਿਰ ਤੇ ਮਾਇਆ ਦੀ ਪਕੜ ਰਹੀ ਹੈ। ਹਾਂਜੀ। ਕਿਸ ਪ੍ਰਕਾਰ ਤੁਮਨੈ ਇਹੋ ਦੇਖਾ, ਬੋਕ ਅਚਰਜ ਹੋਤ ਬਸੇਖਾ। ਇਹ ਜਿਹੜਾ ਤੁਸੀਂ ਵੇਖਿਆ, ਤੁਹਾਨੂੰ ਜਿਸ ਤਰ੍ਹਾਂ ਇਹ ਸਾਰਾ ਨਜ਼ਰ ਆਇਆ, ਕਹਿਣ ਲੱਗਾ ਜੀ ਮੇਰੇ ਵਾਸਤੇ ਬੜਾ ਅਚਰਜ ਹੈ, ਹੈਰਾਨੀ ਕਰਨ ਵਾਲਾ ਹੈ। ਉਹਦਾ ਭਾਵ ਇਹ ਸੀ ਵੀ ਮੈਨੂੰ ਤੇ ਸਾਰੀ ਉਮਰ ਹੋ ਗਈ ਪਖੰਡ ਕਰਦੇ ਆ, ਤੁਸੀਂ ਮੈਨੂੰ ਕਿਵੇਂ ਫੜ ਲਿਆ। ਅੱਜ ਵੀ ਤੁਸੀਂ ਵੇਖੋ, ਆਪਾਂ ਨੂੰ ਲੱਗਦਾ ਵੀ ਜਿਹੜੀ ਪੁਲਿਸ ਬੜੀ ਐਡਵਾਂਸ ਹੈ, ਨਾ, ਪੁਲਿਸ ਤੋਂ ਐਡਵਾਂਸ ਚੋਰ ਹੈ। ਚੋਰ ਫੜ ਕੇ ਪੁਲਿਸ ਐਡਵਾਂਸ ਹੁੰਦੀ ਹੈ। ਮੈਂ ਬੜੇ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਸੰਗਰਾਂਦ ਵਾਲਾ ਦਿਨ ਸਵੇਰੇ ਸੀਸਖੰਡ ਸਾਹਿਬ ਇੱਕ ਪੁਲਿਸ ਵਾਲਾ ਮੈਨੂੰ ਕਹਿੰਦਾ, ਗਿਆਨੀ ਜੀ ਇੱਧਰ ਆਓ, ਤੁਹਾਨੂੰ ਨਵਾਂ ਚੋਰ ਵਿਖਾਵਾਂ। ਮੈਂ ਕਿਹਾ ਵੀ ਚੋਰ ਵੀ ਨਵੇਂ ਹੁੰਦੇ ਨੇ? ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਤੇ ਨਵਾਂ ਹੈ। ਮੈਂ ਕਿਹਾ ਜੀ ਵਿਖਾਓ। ਹੁਣ ਚੋਰ ਕੀ ਸੀ? ਚੋਰ ਆਪਣੇ ਘਰੋਂ ਅਟੈਚੀ ਲੈ ਕੇ ਆਉਂਦਾ ਸੀ, ਓਵਰਸਾਈਜ਼, ਹੱਥ 'ਚ ਫੜ ਕੇ ਲੈ ਕੇ ਆਉਂਦਾ ਸੀ, ਜਿਵੇਂ ਯਾਤਰੂ ਆਉਂਦੇ ਨੇ ਸੀਸਖੰਡ ਸਾਹਿਬ। ਤੇ ਕਰਦਾ ਕੀ ਸੀ? ਸਰਾਂ ਬਣਦੀ ਸੀ ਉਦੋਂ, ਬਾਥਰੂਮ ਟੁੱਟੇ ਹੋਏ ਸੀਗੇ, ਪਿੱਛੇ ਟੈਂਪਰੇਰੀ ਪਾਰਟੀਸ਼ਨ ਕਰਕੇ ਬਾਥਰੂਮ ਬਣਾਏ ਸੀ। ਉਹ ਇਸ ਗੱਲ ਦਾ ਧਿਆਨ ਕਰਦਾ ਸੀ ਵੀ ਕੱਲਾ ਯਾਤਰੂ ਕੌਣ ਹੈ ਜਿਹਦੇ ਨਾਲ ਕੋਈ ਨਹੀਂ ਹੈ। ਹੁਣ ਜਿਹੜਾ ਕੱਲਾ ਹੈ ਉਹ ਆਖਰ ਨਹਾਏਗਾ ਤੇ ਸਮਾਨ ਰੱਖ ਕੇ ਨਹਾਏਗਾ ਨਾ, ਟੈਚੀ, ਬੈਗ, ਕੋਈ ਵੀ ਚੀਜ਼, ਤੇ ਉਹਨੇ ਉਹਦਾ ਪਿੱਛਾ ਕਰਨਾ ਹੈ। ਤੇ ਜਦੋਂ ਯਾਤਰੂ ਨੇ ਮੂੰਹ ਤੇ ਸਾਬਣ ਲਾ ਲੈਣਾ ਹੈ, ਉਹਨੇ ਚੁੱਕ ਕੇ ਉਹਦਾ ਸਮਾਨ ਆਪਣੇ ਟੈਚੀ 'ਚ ਪਾ ਲੈਣਾ ਹੈ ਤੇ ਆਪਣਾ ਟੈਚੀ ਬੰਦ ਕਰਕੇ ਫੇਰ ਤੁਰ ਪੈਣਾ ਹੈ। ਹੁਣ ਜਦੋਂ ਤੁਸੀਂ ਮੂੰਹ ਧੋਵੋਗੇ, ਸਮਾਨ ਵੇਖੋਗੇ, ਤੁਹਾਨੂੰ ਆਪਣਾ ਟੈਚੀ ਨਹੀਂ ਮਿਲੇਗਾ, ਆਪਣਾ ਬੈਗ ਨਹੀਂ ਮਿਲੇਗਾ, ਤੁਸੀਂ ਭੱਜੋਗੇ। ਹੁਣ ਕੱਲਾ ਕਸ਼ਹਿਰਾ ਪਾ ਕੇ ਕਿੱਥੋਂ ਤੱਕ ਭੱਜੋਗੇ? ਸੜਕ ਤੱਕ ਤੇ ਜਾਓਗੇ ਨਹੀਂ। ਜਿਹੜਾ ਅੰਦਰਲਾ ਕੰਪਲੈਕਸ ਹੈ ਉੱਥੋਂ ਤੱਕ ਹੀ ਥੋੜਾ ਬਹੁਤਾ ਭੱਜਣ ਦੀ ਕੋਸ਼ਿਸ਼ ਕਰੋਗੇ ਤੇ ਵੇਖੋਗੇ ਕਿ ਆਪਣਾ ਬੈਗ ਪਛਾਣਨ ਦੀ ਕੋਸ਼ਿਸ਼ ਕਰੋਗੇ ਵੀ ਮੇਰਾ ਬੈਗ ਇਹਨੇ ਤੇ ਨਹੀਂ ਫੜਿਆ, ਮੇਰਾ ਟੈਚੀ ਉਹਨੇ ਤੇ ਨਹੀਂ ਫੜਿਆ, ਵੀ ਭਲਿਆ ਤੇਰਾ ਟੈਚੀ ਤੇ ਟੈਚੀ ਦੇ ਵਿੱਚ ਪੈ ਗਿਆ। ਮਤਲਬ ਮੇਰੇ ਲਈ ਵੀ ਉਹ ਨਵੀਂ ਗੱਲ ਸੀ। ਪੁਲਿਸ ਵਾਲਾ ਕਹਿੰਦਾ ਮੇਰੇ ਲਈ ਵੀ ਨਵੀਂ ਗੱਲ ਹੈ। ਇਹ ਪੰਡਤ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਮੈਨੂੰ ਕਿਵੇਂ ਪਛਾਣਿਆ? ਉਹਦਾ ਭਾਵ ਸੀ ਵੀ ਮੇਰਾ ਰੋਟੀ ਰੋਜੀ ਤੇ ਬੜੇ ਚਿਰ ਦੀ ਚੱਲਦੀ, ਏਡੇ ਏਡੇ ਬੱਚੇ ਹੋ ਗਏ ਮੇਰੇ, ਪਖੰਡ ਕਰਦੇ ਆ, ਪਰ ਤੁਸੀਂ ਮੈਨੂੰ ਕਿਵੇਂ ਫੜ ਲਿਆ? ਕਿ ਮੈਂ ਝੂਠ ਬੋਲਦਾ ਜਾਂ ਮੈਨੂੰ ਅੰਤਰਜਾਮਤਾ ਨਹੀਂ ਹੈਗੀ, ਕਿ ਜਾਂ ਇਹ ਸਾਰਾ ਹੀ ਮੇਰਾ ਪਖੰਡ ਹੈ। ਗੋਬਰ ਦਾ ਜ਼ਮੀਨ ਤੇ ਲੇਪਣ ਕਰਨਾ, ਫਿਰ ਉਹਦੇ ਤੇ ਚੱਕਰ ਬਣਾਉਣੇ, ਫਿਰ ਆਪ ਇਸ਼ਨਾਨ ਕਰਨਾ, ਫਿਰ ਆਪਣੇ ਸਰੀਰ ਤੇ 12 ਤਿਲਕ ਲਾਉਣੇ, ਵੀ ਇਹ ਸਾਰਾ ਹੀ ਪਖੰਡ ਹੈ। ਹਾਂਜੀ। ਮੁਝੈ ਬਿਰਤੰਤ ਬਤਾਵੋ ਸਾਰਾ, ਸੁਨਤ ਸ਼ਬਦ ਪਦ ਦੁਤੀਏ ਉਚਾਰ। ਪੰਡਤ ਨੇ ਮਾਫੀ ਮੰਗ ਲਈ ਸੀ। ਵੇਖੋ ਜਿੰਨਾ ਚਿਰ ਤੁਸੀਂ ਮਾਫੀ ਨਹੀਂ ਮੰਗਦੇ ਤੁਹਾਡੇ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ, ਇਹ ਚੇਤਾ ਰੱਖਣਾ। ਤੁਸੀਂ ਆਪਾਂ ਅੱਜ ਇਲਾਜ ਕਰਦੇ ਨਾ ਆਪਣਾ, ਚਲੋ ਇਹਨੂੰ ਛੱਡ ਦਈਏ ਚੋਰੀ ਦੇ ਟੌਪਿਕ ਨੂੰ। ਕਈ ਵਾਰੀ ਤੁਹਾਨੂੰ ਇਦਾਂ ਲੱਗੇਗਾ ਵੀ ਇਹ ਗਿਆਨੀ ਆਪਣੇ ਆਪ ਨੂੰ ਪਤਾ ਨਹੀਂ ਕੀ ਬ੍ਰਹਮ ਗਿਆਨੀ ਸਮਝਦਾ। ਨਹੀਂ, ਮੈਂ ਤੁਹਾਨੂੰ ਗੁਰੂ ਦੀ ਕਥਾ ਸੁਣਾ ਰਿਹਾ, ਆਪਣੀ ਨਹੀਂ ਸੁਣਾ ਰਿਹਾ। ਮੈਂ ਤੇ ਆਪ ਬਹੁਤ ਮਾੜਾ ਆਦਮੀ ਆ, ਮੇਰੇ ਤੋਂ ਆਪ ਬੜੀਆਂ ਭੁੱਲਾਂ ਹੁੰਦੀਆਂ ਨੇ। ਚਲੋ ਆਪਾਂ ਬਿਮਾਰੀ ਦੀ ਗੱਲ ਕਰ ਲੈਂਦੇ ਆ। ਜਿੰਨਾ ਚਿਰ ਬਿਮਾਰ ਆਦਮੀ ਖੁਦ ਨਹੀਂ ਸਮਝਦਾ ਮੈਂ ਬਿਮਾਰ ਆ, ਕੀ ਤੁਸੀਂ ਦੱਸੋ ਉਹਦਾ ਇਲਾਜ ਹੋ ਸਕਦਾ? ਪਹਿਲਾਂ ਇਹ ਮੰਨੋ ਕਿ ਮੈਂ ਬਿਮਾਰ ਆ, ਫਿਰ ਉਸ ਤੋਂ ਅਗਲੀ ਬੁੱਝਣ ਦੀ ਕੀ ਲੋੜ ਹੈ ਕਿ ਬਿਮਾਰੀ ਕਿਹੜੀ ਹੈ। ਤੇ ਜਿੰਨਾ ਚਿਰ ਇਹ ਨਾ ਪਤਾ ਲੱਗੇ ਵੀ ਬਿਮਾਰੀ ਆਈ ਕਿੱਥੋਂ ਹੈ, ਤੁਸੀਂ ਜਿੰਨੀ ਮਰਜ਼ੀ ਦਵਾਈ ਖਾ ਲਓ। ਤੁਹਾਡੇ ਘਰ ਪਾਣੀ ਦੀ ਪਾਈਪ ਆਉਂਦੀ ਹੈ, ਜੇ ਪਾਣੀ ਆਉਣੋਂ ਹਟ ਜਾਏ ਤੇ ਲੀਕੇਜ ਲੱਭਣੀ ਪੈਂਦੀ ਹੈ, ਪਿੱਛੋਂ ਪਾਣੀ ਹੋਰ ਘੱਲਣ ਦੀ ਕੋਸ਼ਿਸ਼ ਨਾ ਕਰੋ, ਉਹਦਾ ਕੋਈ ਫਾਇਦਾ ਨਹੀਂ ਹੈ।
ਪਿੱਛੋਂ ਜਿੰਨਾ ਮਰਜ਼ੀ ਪਾਣੀ ਆਈ ਜਾਵੇ, ਜਦੋਂ ਲੀਕੇਜ ਨਹੀਂ ਬੰਦ ਹੋਏਗੀ ਤੁਹਾਡੇ ਘਰ ਪਾਣੀ ਆਏਗਾ ਹੀ ਨਹੀਂ। ਬਿਮਾਰੀ ਕਿੱਥੋਂ ਆਈ ਹੈ? ਪੰਡਤ ਕਹਿਣ ਲੱਗਾ ਜੀ ਹੁਣ ਮੈਨੂੰ ਅਗਲੀ ਕਿਰਪਾ ਕਰੋ ਮੇਰੇ ਤੇ, ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ। ਮੋਕੋ ਅਚਰਜ ਹੋਤ ਬਛੇਕਾ ਮੁਝੇ ਬਰਤੰਤ ਬਤਾਵੋ ਸਾਰਾ। ਪਖੰਡ ਹੁੰਦੇ ਕੀ ਨੇ, ਇਹ ਕਿੱਥੋਂ ਤੱਕ ਆਦਮੀ ਨੂੰ ਲੈ ਕੇ ਜਾਂਦੇ ਨੇ, ਕੌਣ ਕਿੰਨੇ ਕਰ ਸਕਦਾ ਹੈ, ਇਹਨਾਂ ਦੀਆਂ ਸਜ਼ਾਵਾਂ ਕੀ ਨੇ। ਜਿੰਨਾ ਚਿਰ ਸਾਰੀ ਗੱਲ ਨਹੀਂ ਸਮਝ ਆਏਗੀ ਬੰਦਾ ਨਹੀਂ ਹਟੇਗਾ। ਆ ਕ੍ਰਾਈਮ ਦੀ ਦੁਨੀਆ ਸਿਰਫ ਇਹੀ ਕਾਰਨ ਹੈ। ਹਰ ਬੰਦਾ ਹੀ ਅੱਜ ਕਹੀ ਜਾਂਦਾ ਮੈਂ ਤੈਨੂੰ ਮਾਰ ਦੂੰਗਾ, ਉਹਨੂੰ ਪਤਾ ਹੀ ਨਹੀਂ ਕਿ ਮਾਰਨ ਤੋਂ ਬਾਅਦ ਇੱਕ ਹੱਥਕੜੀ ਹੁੰਦੀ ਹੈ, ਫਿਰ ਇੱਕ ਥਾਣਾ ਹੁੰਦਾ ਹੈ, ਥਾਣੇ ਤੋਂ ਬਾਅਦ ਇੱਕ ਜੇਲ੍ਹ ਹੁੰਦੀ ਹੈ, ਜੇਲ੍ਹ ਤੋਂ ਬਾਅਦ ਇੱਕ ਕੋਰਟ ਕਚਹਿਰੀ ਹੁੰਦੀ ਹੈ, ਉੱਥੇ ਫਿਰ 10 15 20 ਸਾਲ ਤਰੀਕਾਂ ਪੈਂਦੀਆਂ ਨੇ, ਫਿਰ ਸਜ਼ਾ ਹੁੰਦੀ ਹੈ, ਫਿਰ ਫਾਂਸੀ ਵੀ ਹੁੰਦੀ ਹੈ। ਬੰਦੇ ਨੇ ਜੇ ਇੰਨਾ ਲੰਬਾ ਪਾਠ ਪੜ੍ਹਿਆ ਹੁੰਦਾ ਨਾ, ਉਹਨੇ ਕਦੇ ਨਹੀਂ ਸੀ ਕਹਿਣਾ ਮੈਂ ਤੈਨੂੰ ਮਾਰ ਦੂੰ। ਉਹਨੇ ਕਹਿਣਾ ਭਰਾਵਾ ਵੇਖ ਮੈਂ ਤੇਰੇ ਅੱਗੇ ਹੱਥ ਜੋੜੇ, ਤੂੰ ਮੇਰੀ ਜਾਨ ਛੱਡ। ਵੀ ਕਿਹੜਾ 20 ਸਾਲ ਜਾ ਕੇ ਜੇਲ੍ਹ 'ਚ ਬਵੇਗਾ। ਜਿੰਨਾ ਕ੍ਰਾਈਮ ਹੋ ਰਿਹਾ ਹੈ ਨਾ, ਕ੍ਰਿਮੀਨਲ ਬੰਦੇ ਦੀ ਹਿਸਟਰੀ ਪੜ੍ਹਾ ਦਿਓ ਕਿਸੇ ਨੂੰ, ਕੋਈ ਕ੍ਰਾਈਮ ਕਰੇਗਾ ਹੀ ਨਹੀਂ। ਇਸ ਰਸਤੇ ਤੇ ਕੋਈ ਨਹੀਂ ਜਾਏਗਾ। ਪੰਡਤ ਕਹਿਣ ਲੱਗਾ ਜੀ ਹੁਣ ਮੈਨੂੰ ਸਮਝਾਓ ਇਹ ਦੰਭ, ਇਹ ਪਖੰਡ, ਇਹਦਾ ਵਿਸਥਾਰ ਕੀ ਹੈ, ਇਹਦਾ ਪਸਾਰਾ ਕੀ ਹੈ। ਹਾਂਜੀ। ਆਂਟ ਸੇਤੀ ਨਾਕ ਪਕੜੈ ਸੂਜਤੇ ਤਿਨ ਲੋ। ਸਤਿਗੁਰੂ ਕਹਿਣ ਲੱਗੇ ਤੂੰ ਕਹਿੰਦਾ ਸੀ ਆਂਟ ਸੇਤੀ ਨਾਕ ਪਕੜੇ ਸੂਝਤੇ ਤਿਨ ਲੋ। ਤੂੰ ਹੱਥਾਂ ਨਾਲ ਨੱਕ ਪਕੜਦਾ ਸੀ ਤੇ ਲੋਕਾਂ ਨੂੰ ਬੋਲ ਕੇ ਕਹਿੰਦਾ ਸੀ ਵੀ ਮੈਨੂੰ ਆਕਾਸ਼ ਲੋਕ ਵੀ ਦਿਸ ਰਿਹਾ ਹੈ, ਮੈਨੂੰ ਮਾਤ ਲੋਕ ਵੀ ਦਿਸ ਰਿਹਾ ਹੈ, ਮੈਨੂੰ ਪਤਾਲ ਲੋਕ ਵੀ ਦਿਸ ਰਿਹਾ ਹੈ। ਹਾਂਜੀ। ਮਗਰ ਪਾਛੈ ਕਛ ਨ ਸੂਝੈ ਇਹ ਹੈ ਪਦਮ ਅਲੋ। ਤੇ ਹੈਰਾਨੀ ਇਸ ਗੱਲ ਦੀ ਵੀ ਪੰਡਤ ਨਾ ਤੈਨੂੰ ਇਹ ਪਤਾ ਤੇਰੇ ਅੱਗੇ ਕੀ ਹੈ, ਨਾ ਤੈਨੂੰ ਇਹ ਪਤਾ ਵੀ ਤੇਰੇ ਪਿੱਛੇ ਕੀ ਹੈ। ਜਿਸ ਨੂੰ ਆਪਣੇ ਅੱਗੇ ਪਿੱਛੇ ਦਾ ਵੀ ਨਹੀਂ ਪਤਾ ਉਹ ਵੀ ਕਹੀ ਜਾਂਦਾ ਹੈ। ਦੇਖੋ ਇਹ ਗੱਲਾਂ ਚੱਲਣਗੀਆਂ ਤੁਹਾਡੀਆਂ, ਜਿੱਥੇ ਲੋਕ ਅਣਜਾਣ ਹੋਣਗੇ ਤੁਹਾਡੀਆਂ ਗੱਲਾਂ ਚੱਲਣਗੀਆਂ। ਬੜੀ ਦੁਨੀਆ ਬਾਹਰਲੇ ਮੁਲਕਾਂ ਤੋਂ ਆਈਡੀ ਲੈ ਆਉਂਦੀਆਂ ਨੇ, ਉਹ ਇੱਥੇ ਆ ਕੇ ਲੋਕਾਂ ਨੂੰ ਕਹੀ ਜਾਂਦੀਆਂ ਜੀ ਆ ਕਾਕਾ ਸਾਡਾ ਪੱਕਾ ਹੋ ਗਿਆ ਜੀ। ਤੇ ਜੇ ਅੱਗੋਂ ਕੋਈ ਅਮਰੀਕਾ ਵਾਲਾ ਟੱਕਰ ਗਿਆ ਪੱਕਾ ਬਾਦਾ, ਉਹਨੇ ਕਹਿਣਾ ਓਏ ਆ ਕੀ ਹੋਏ, ਆ ਤੇ ਆਈਡੀ ਚੁੱਕੀ ਫਿਰਦਾ ਤੂੰ ਆਪਣੀ। ਸਿਰਫ ਆਇਡੈਂਟੀ ਕਾਰਡ, ਆਧਾਰ ਕਾਰਡ ਕਦੇ ਪਾਸਪੋਰਟ ਨਹੀਂ ਹੁੰਦਾ, ਡਰਾਈਵਿੰਗ ਲਾਇਸੈਂਸ ਪਾਸਪੋਰਟ ਨਹੀਂ ਹੁੰਦਾ, ਤੁਹਾਡਾ ਪੈਨ ਕਾਰਡ ਤੁਹਾਡਾ ਪਾਸਪੋਰਟ ਨਹੀਂ ਹੋ ਸਕਦਾ, ਉਹਦੇ ਨਾਲ ਤੁਹਾਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ, ਨੈਸ਼ਨੈਲਿਟੀ ਤੁਸੀਂ ਉਹਦੇ ਅਧਿਕਾਰੀ ਨਹੀਂ ਹੋ ਸਕਦੇ। ਪਰ ਜੇ ਕੋਈ ਅੱਗੋਂ ਜਾਣਕਾਰ ਟੱਕਰੇਗਾ ਤੇ ਫੜੇਗਾ ਨਾ। ਅੱਜ ਤੋਂ 20 ਸਾਲ ਪਹਿਲਾਂ ਜਿੰਨੇ ਧੋਖੇ ਹੋਏ ਪੰਜਾਬ ਦੇ ਵਿੱਚ ਵਿਆਹਾਂ ਦੇ, ਉਹ ਇਸੇ ਤਰ੍ਹਾਂ ਹੀ ਹੋ ਗਏ। ਬਾਹਰੋਂ ਆਏ ਲੋਕ ਆਈਡੀ ਵਿਖਾ ਕੇ ਹੀ ਪੜ੍ਹੀਆਂ ਲਿਖੀਆਂ ਕੁੜੀਆਂ ਲੈ ਕੇ ਚਲੇ ਗਏ, ਉੱਥੇ ਜਾ ਕੇ ਪਤਾ ਲੱਗਾ ਵੀ ਕੁਝ ਵੀ ਨਹੀਂ ਹੈਗਾ। ਇਹ ਜਿਹੜਾ ਪਖੰਡਵਾਦ ਹੈ ਨਾ, ਇਹ ਤੁਹਾਡੇ ਸਾਡੇ ਵਿੱਚ ਚੱਲਦਾ ਹੈ। ਅੱਜ ਕਿਸੇ ਦੀਆਂ ਮਾਲਾ ਵੇਖ ਕੇ ਪ੍ਰਭਾਵਿਤ ਹੋ ਗਏ, ਕਿਸੇ ਦੀਆਂ ਖੜਾਵਾਂ ਵੇਖ ਕੇ, ਕਿਸੇ ਦਾ ਚੋਲਾ ਵੇਖ ਕੇ, ਤੇ ਜੇ ਅੱਗੋਂ ਬ੍ਰਹਮਗਾਨੀ ਟੱਕਰ ਜੇ ਤੇ ਫਿਰ ਪਤਾ ਖੁੱਲ ਜਾਏਗਾ ਨਾ ਸਾਰਾ। ਉਹ ਪੰਡਤ ਕਹਿੰਦਾ ਵੀ ਤੁਹਾਨੂੰ ਕਿਵੇਂ ਪਤਾ ਲੱਗਾ? ਸਤਿਗੁਰੂ ਕਹਿੰਦੇ ਸਾਨੂੰ ਤਾਂ ਪਤਾ ਲੱਗਾ ਵੀ ਅਗਲੇ ਪੈਸੇ ਤੇਰੇ ਪਿੱਛੇ ਰੱਖੇ, ਤੈਨੂੰ ਸਮਝ ਨਹੀਂ ਆਈ, ਤੇ ਲੋਕਾਂ ਨੂੰ ਕਹਿਣਾ ਵੀ ਮੈਨੂੰ ਤੇ ਤੈਨੂੰ ਲੋਕਾਂ ਦੇ ਦਰਸ਼ਨ ਹੁੰਦੇ ਨੇ ਭਾਈ। ਹਾਂਜੀ। ਸ਼੍ਰੀ ਪ੍ਰਭ ਪਣੈ ਬਿਪਰ ਸ਼ਰੁਤ ਸੁਣੀਏ ਇਤੋ ਝੂਠ ਨਾ ਮੁਖ ਤੇ ਭਣੀਏ। ਸਤਿਗੁਰੂ ਕਹਿਣ ਲੱਗੇ ਪੰਡਤ ਜੀ ਸੁਣੋ, ਕਦੇ ਇੰਨਾ ਝੂਠ ਮੁਖ ਤੇ ਨਾ ਬੋਲੋ। ਵੇਖੋ ਝੂਠ ਵੀ ਨਾ ਥੋੜਾ ਜਿਹਾ ਬੋਲੋਗੇ ਨਾ, ਸਿਆਣੇ ਕਹਿੰਦੇ ਆਟੇ 'ਚ ਲੂਣ ਪਾਓਗੇ ਚੱਲ ਜਾਏਗਾ, ਪਰ ਜਦੋਂ ਲੂਣ 'ਚ ਆਟਾ ਗੁੰਨੋਗੇ ਫਿਰ ਬਿਲਕੁਲ ਨਹੀਂ ਚੱਲੇਗਾ। ਉਹਨਾਂ ਕੀ ਝੂਠ ਬੋਲੋ ਜਿੰਨਾ ਕੁ ਤੁਹਾਡਾ ਚੱਲ ਸਕਦਾ ਹੈ। ਹਾਂਜੀ। ਅਗਰ ਪਿਛੇ ਕੀ ਸੁਧ ਨਹਿ ਜਾਨੀ
ਪੂਰਬ ਸੁਧ ਤ੍ਰੈਲੋਕ ਬਖਾਨੀ। ਅਗਲੇ ਪਿਛਲੇ ਪਾਸੇ ਦੀ ਖਬਰ ਨਹੀਂ ਤੇ ਦਾਵਾ ਕਰ ਦਿੱਤਾ ਜੀ ਮੈਨੂੰ ਤੇ ਤਰਲੋਕੀ ਦੇ ਦਰਸ਼ਨ ਹੁੰਦੇ ਨੇ। ਥੋੜਾ ਜਿਹਾ ਝੂਠ ਬੋਲੋ ਤੇ ਦੁਨੀਆ ਵਿੱਚ ਚੱਲ ਜਾਂਦਾ ਹੈ, ਲੋਕ ਮੰਨ ਲੈਂਦੇ ਨੇ। ਪਰ ਜਦੋਂ ਆਪਾਂ ਅਤ ਕਰਾਂਗੇ ਤੇ ਫਿਰ ਕੋਈ ਨਾ ਕੋਈ ਅੰਤ ਕਰਨ ਵਾਲਾ ਵੀ ਅੱਗੋਂ ਟੱਕਰ ਜਾਂਦਾ ਹੈ ਭਾਈ। ਹਾਂਜੀ। ਵਿਪਰ ਕਹੈ ਹਮ ਝੂਠ ਉਚਰਹੀ, ਭਗਤ ਦੰਭ ਕੀ ਨਿਤ ਪ੍ਰਤ ਕਰਹੀ। ਪੰਡਤ ਕਹਿਣ ਲੱਗਾ ਜੀ ਮੈਂ ਤੇ ਮੰਨਦਾ ਕਿ ਅਸੀਂ ਪਖੰਡ ਕਰਦੇ ਆਂ, ਭਗਤੀ ਵੀ ਸਾਡਾ ਪਖੰਡ ਹੈ। ਜਿਹੜੀ ਅਸੀਂ ਲੋਕਾਂ ਨੂੰ ਭਗਤੀ ਕਰਕੇ ਵੀ ਵਿਖਾਉਂਦੇ ਆ ਉਹ ਵੀ ਪਖੰਡ ਹੈ, ਉਹ ਵੀ ਵਿਖਾਵਾ ਹੈ, ਉਹ ਵੀ ਦੰਭ ਹੈ, ਉਹ ਵੀ ਝੂਠ ਹੈ। ਹਾਂਜੀ। ਝੂਠੀ ਹੈ ਕਰਤੂਤ ਹਮਾਰੀ, ਧਨ ਆਸਾ ਕੇ ਇਹ ਬੇਵਹਾਰੀ। ਸਾਡੀ ਸਾਰੀ ਕਰਤੂਤ ਝੂਠੀ ਹੈ, ਅਸੀਂ ਸਿਰਫ ਧਨ ਦੇ ਵਪਾਰੀ ਹਾਂ, ਕੇਵਲ ਮਾਇਆ ਇਕੱਠੀ ਕਰਨੀ ਹੀ ਸਾਡਾ ਕਰਮ ਹੈ। ਹਾਂਜੀ। ਸੁਣੀਏ ਦਿਜ ਜਿਨ ਹਿਰਦੇ ਸੱਚ, ਸੇ ਸਭ ਜਾਣੀ ਜਾਣ। ਸਤਿਗੁਰੂ ਕਹਿਣ ਲੱਗੇ ਪੰਡਤ ਫਿਰ ਸੁਣ, ਜਿਹਦੇ ਅੰਦਰ ਸੱਚ ਹੋਏਗਾ ਉਹ ਅੰਤਰਜਾਮੀ ਵੀ ਹੋਏਗਾ, ਉਹ ਫਿਰ ਬੁੱਝ ਲਵੇਗਾ ਕਿ ਤੁਸੀਂ ਪਖੰਡ ਕਰਦੇ ਹੋ। ਸਤਿਗੁਰੂ ਦੀ ਬਾਣੀ 'ਚ ਸਭ ਕੁਝ ਲਿਖਿਆ ਹੋਇਆ ਹੈ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ RAM ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਜਿਨ੍ਹਾਂ ਦੇ ਅੰਦਰ ਕਪਟ ਨੇ, ਜਿਨ੍ਹਾਂ ਦੇ ਅੰਦਰ ਵਕਾਰ ਨੇ, ਉਹ ਬੰਦੇ ਰੱਬ ਦੇ ਘਰ ਆ ਕੇ ਰੋਈ ਵੀ ਜਾਣ, ਰੱਬ ਨੂੰ ਕੀ ਫਰਕ ਪੈਣਾ ਹੈ। ਆਪਾਂ ਜਦੋਂ ਇੱਥੇ ਗੋਲਕ ਦੇ ਕੋਲ ਖਲੋ ਕੇ ਆ ਕੇ ਰੋਨੇ ਆ, ਕਈਆਂ ਦਾ ਰੋਣਾ ਗੁਰੂ ਨੂੰ ਭਾ ਜਾਂਦਾ ਹੈ ਤੇ ਕਈਆਂ ਦਾ ਰੋਣਾ ਵੀ ਗੁਰੂ ਨੂੰ ਨਹੀਂ ਭਾਉਂਦਾ। ਉਹਦਾ ਕਾਰਨ ਹੈ ਗੁਰੂ ਨੂੰ ਪਤਾ ਹੈ ਕਿ ਪਖੰਡ ਕਰਦਾ ਹੈ, ਇਹਦੇ ਅੰਦਰ ਕਪਟ ਹੈ, ਇਹਦੇ ਅੰਦਰ ਵਕਾਰ ਹੈ। ਉਹਦਾ ਰੋਣਾ ਕਦੇ ਦੂਜੇ ਨੂੰ ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਹਾਂਜੀ। ਹਰ ਕੇ ਪ੍ਰੀਤਮ ਭਗਤ ਜੇ, ਕਰੈ ਨ ਕਹੂੰ ਵਖਾਣ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਭਗਤ ਹੁੰਦੇ ਨੇ, ਉਹ ਕਦੇ ਵੀ ਆਪਾ ਭਾਵ ਦੱਸਦੇ ਨਹੀਂ, ਉਹ ਤੇ ਲੋਕਾਂ ਤੋਂ ਆਪਾ ਭਾਵ ਛੁਪਾ ਕੇ ਰੱਖਦੇ ਨੇ। ਤੁਸੀਂ ਵੇਖੋ ਜਿਹੜਾ ਅਫਸਰ ਆਦਮੀ ਹੋਏਗਾ ਨਾ, ਉਹ ਛੇਤੀ ਕੀਤਾ ਤੁਹਾਨੂੰ ਦੱਸੇਗਾ ਹੀ ਨਹੀਂ ਮੈਂ ਅਫਸਰ ਹਾਂ, ਕਿਉਂਕਿ ਜੇ ਤੁਹਾਨੂੰ ਪਤਾ ਲੱਗ ਗਿਆ ਅਫਸਰ ਹੈ, ਤੁਸੀਂ ਉਸੇ ਵੇਲੇ ਐਪਲੀਕੇਸ਼ਨ ਰੱਖ ਦੇਣੀ ਉਹਦੇ ਅੱਗੇ, ਆ ਸਰ ਸਾਡੀ ਘੁੱਗੀ ਮਾਰ ਦਿਓ ਮਾੜੀ ਜੀ। ਦੁਨੀਆ ਦਾ ਸੁਭਾਅ ਹੈ, ਤੁਸੀਂ ਕਿਸੇ ਨੂੰ ਦੱਸ ਦਿਓ ਮੇਰੇ ਕੋਲ ਪੈਸੇ ਨੇ, ਉਸੇ ਵੇਲੇ ਕੋਈ ਨਾ ਕੋਈ ਵਿਗਾੜ ਪਾ ਲੇਗਾ। ਤੁਸੀਂ ਦੱਸ ਦਿਓ ਕਿ ਮੈਂ ਤਾਂ ਬੜੀ ਵੱਡੀ ਥਾਂ ਤੇ ਬੈਠਾ, ਉਸੇ ਵੇਲੇ ਬੰਦਾ ਕੋਈ ਨਾ ਕੋਈ ਕੰਮ ਲੈ ਕੇ ਆ ਜਾਏਗਾ। ਜਿਨ੍ਹਾਂ ਦੇ ਕੋਲ ਪ੍ਰਾਪਤੀ ਹੈ ਰੱਬ ਦੀ, ਉਹ ਦੱਸਦੇ ਹੀ ਨਹੀਂ। ਉਹਨਾਂ ਨੂੰ ਪਤਾ ਹੈ ਦੁਨੀਆ ਨੇ ਕਹਿਣਾ ਵੀ ਪੁੱਤਰ ਦੇ ਦਿਓ ਜੀ, ਪੜ੍ਹਾਈ ਦੇ ਦਿਓ ਜੀ, ਬਾਹਰ ਦਾ ਵੀਜ਼ਾ ਦੇ ਦਿਓ ਜੀ, ਕੋਈ ਚੰਗੀ ਜੀ ਲੜਕੀ ਦਾ ਰਿਸ਼ਤਾ ਦੇ ਦਿਓ ਜੀ, ਕੋਈ ਪੁੱਤ ਪੋਤਰਾ ਦੇ ਦਿਓ ਜੀ। ਵੀ ਡਿਮਾਂਡ ਵਾਲੀ ਤਾਂ ਮਤਲਬ ਹੱਦ ਹੋਈ ਪਈ ਹੈ ਨਾ ਸਾਡੀ। ਤੁਸੀਂ ਯਕੀਨ ਕਰੋ ਵੀ ਮੇਰੇ ਵਰਗਾ ਬੰਦਾ ਕੀ ਹੈ, ਕੁਝ ਵੀ ਨਹੀਂ ਹੈ। ਤੁਸੀਂ ਕਿਸੇ ਨੂੰ ਦੱਸ ਦਿਓ, ਬੱਸ 'ਚ ਬਹਿ ਜਾਓ, ਟ੍ਰੇਨ 'ਚ ਬਹਿ ਜਾਓ, ਭਾਈ ਸਾਹਿਬ ਜੀ ਕੀ ਕਰਦੇ ਹੋ, ਮੈਂ ਦਿੱਲੀ ਹਾਂ ਜੀ। ਅੱਛਾ ਸਾਡਾ ਕਾਕਾ ਵੀ ਗੁਰਦੁਆਰੇ ਲਵਾ ਦਿਓ। ਮਤਲਬ ਐਪਲੀਕੇਸ਼ਨ ਤੇ ਲੋਕ ਨਾਲ ਹੀ ਚੁੱਕੀ ਫਿਰਦੇ ਨੇ, ਤੇ ਮੇਰੇ ਵਰਗਾ ਭਾਵੇਂ ਆਪ ਗੁਰਦੁਆਰੇ 'ਚ ਪਾਠੀ ਹੋਵੇ ਉਹ ਕੀ ਲਵਾ ਦੇਗਾ ਭਾਈ। ਜਿਨ੍ਹਾਂ ਦੇ ਕੋਲ ਰੱਬ ਦੀ ਪ੍ਰਾਪਤੀ ਉਹਨਾਂ ਨੇ ਦੱਸੀ ਨਹੀਂ ਕਿਸੇ ਨੂੰ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੁਨੀਆਦਾਰਾਂ ਨੇ ਆ ਕੇ ਘੇਰਾ ਪਾ ਲੈਣਾ। ਉਹਨਾਂ ਕਹਿਣਾ ਜੀ ਕਾਕਾ ਦੇ ਦਿਓ ਜੀ, ਜੇ ਕਾਕਾ ਹੈਗਾ ਤੇ ਇਹਨਾਂ ਕਹਿਣਾ ਜੀ ਪੋਤਰਾ ਦੇ ਦਿਓ ਜੀ, ਜੇ ਨੌਕਰੀ ਨਹੀਂ ਹੈਗੀ ਤੇ ਨੌਕਰੀ ਦੇ ਦਿਓ ਜੀ, ਨੌਕਰੀ ਹੈਗੀ ਤੇ ਕਹਿਣਾ ਜੀ ਤਰੱਕੀ ਦੇ ਦਿਓ ਜੀ, ਜੇ ਘਰ ਨਹੀਂ ਹੈਗਾ ਤੇ ਇਹਨਾਂ ਕਹਿਣਾ ਘਰ ਦੇ ਦਿਓ ਜੀ, ਘਰ ਹੋਇਆ ਤੇ ਇਹਨਾਂ ਕਹਿਣਾ ਮਹਾਰਾਜ ਕੋਠੀ ਬਣਾ ਦਿਓ ਜੀ। ਵੀ ਤੁਸੀਂ ਤੇ ਫੂਕ ਮਾਰ ਕੇ ਬਣਾਉਣੀ ਹੈ। ਰੱਬ ਦੇ ਭਗਤ ਹਮੇਸ਼ਾ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ।
ਸਤਿਗੁਰੂ ਕਹਿਣ ਲੱਗੇ ਪੰਡਤ ਜੀ ਉਹ ਕਦੇ ਵੀ ਆਪਾ ਭਾਵ ਪ੍ਰਗਟ ਨਹੀਂ ਕਰਦੇ। ਹਾਂਜੀ, ਸਭ ਜਗ ਬਿਖੈ ਦਰਬ ਹੈ ਜੋ, ਤਰਾ ਮਾਹੇ ਪਹਿਚਾਨੋ ਸੋ। ਸਤਿਗੁਰੂ ਜੀ ਕਹਿਣ ਲੱਗੇ ਜਿੰਨਾ ਦੁਨੀਆ ਦੇ ਵਿੱਚ ਦਰਬ ਹੈ, ਖਜ਼ਾਨਾ, ਪੰਡਤ ਜੀ ਰੱਬ ਨੇ ਇਸ ਮਿੱਟੀ ਵਿੱਚ ਪਾ ਦਿੱਤਾ ਹੈ। ਆ ਜਿਹੜੀ ਆਪਾਂ ਧਰਤੀ ਤੇ ਬੈਠੇ ਆ ਨਾ, ਇੱਕ ਵੇਲਾ ਸੀ ਜਦੋਂ ਹਿੰਦੁਸਤਾਨ ਦੇ ਵਿੱਚ ਇੱਕ ਗੀਤ ਗਾਇਆ ਜਾਂਦਾ ਸੀ ਕਿ ਇਸ ਧਰਤੀ ਜਿਹੜੀ, ਇਸ ਧਰਤੀ ਦੇ ਵਿੱਚੋਂ ਸੋਨਾ ਉਗਲਦਾ, ਇਹਦੇ ਚੋਂ ਹੀਰੇ ਮੋਤੀ ਉਗਲਦੇ ਨੇ। ਬਿਲਕੁਲ ਸੱਚੀ ਗੱਲ ਹੈ। ਇਸੇ ਧਰਤੀ ਤੇ ਲੋਕਾਂ ਨੇ ਫੈਕਟਰੀਆਂ ਲਾਈਆਂ, ਇਸੇ ਧਰਤੀ ਤੇ ਲੋਕਾਂ ਨੇ ਖੇਤੀਬਾੜੀ ਕੀਤੀ, ਇਸੇ ਧਰਤੀ ਤੇ ਲੋਕਾਂ ਬਿਲਡਰਾਂ ਨੇ ਬਿਲਡਿੰਗਾਂ ਬਣਾਈਆਂ, ਇਸੇ ਧਰਤੀ ਦੇ ਲੋਕਾਂ ਨੇ ਪਲਾਟ ਕੱਟ ਕੇ ਵੇਚੇ, ਵਾਰੇ ਨਿਆਰੇ ਹੋ ਗਏ ਲੋਕਾਂ ਦੇ। ਸਭ ਕੁਝ ਇਸ ਧਰਤੀ ਵਿੱਚ ਹੀ ਹੈ। ਹਾਂਜੀ, ਗਾਡ ਗਾਡ ਬਹੁ ਮਾਰ ਮਾਰ ਗਏ, ਆਗੇ ਕਿਨਹੂ ਸੰਗ ਨ ਲਏ। ਇਸੇ ਧਰਤੀ ਤੋਂ ਮਾਇਆ ਲੈ ਕੇ ਲੋਕਾਂ ਨੇ ਇਸੇ ਧਰਤੀ ਵਿੱਚ ਲੁਕੋਈ, ਘੜਿਆਂ ਵਿੱਚ, ਗਾਗਰਾਂ ਵਿੱਚ, ਧਰਤੀ ਵਿੱਚ ਦੱਬ ਦਿੱਤੀ ਮਾਇਆ। ਬੰਦੇ ਚਲੇ ਗਏ, ਮਾਇਆ ਦੱਬੀ ਰਹਿ ਗਈ। ਪਰ ਮਾਇਆ ਕਿਸੇ ਦੇ ਨਾਲ ਨਹੀਂ ਗਈ, ਇਹ ਜਾਂਦੀ ਨਹੀਂ, ਇਹਦਾ ਸੁਭਾਅ ਹੀ ਐਸਾ ਹੈ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੇ। ਕਹਿੰਦੇ ਪਤੀ ਮਰੇ ਤੇ ਇਹ ਇਸਤਰੀ ਐਸੀ ਹੈ ਮਾਇਆ, ਇਹ ਧਨ ਪਤੀ ਮਰੇ ਤੇ ਇਹ ਧਨ ਰੋਂਦੀ ਨਹੀਂ ਹੈ। ਧਨ ਦਾ ਅਰਥ ਪੈਸਾ ਵੀ ਹੈ, ਧਨ ਦਾ ਅਰਥ ਪਤਨੀ ਇਸਤਰੀ ਵੀ ਹੈ। ਕਹਿੰਦੇ ਜੇ ਧਨ ਪਤੀ ਮਰ ਜਾਏ, ਪਤੀ ਮਰ ਜਾਏ ਤੇ ਧਨ ਰੋਂਦੀ ਨਹੀਂ ਹੈ। ਇਹਨੂੰ ਪਤਾ ਹੈ ਕੋਈ ਨਾ ਕੋਈ ਹੋਰ ਨਵਾਂ ਆ ਜਾਏਗਾ। ਇਸ ਰਖਵਾਰੋ ਔਰੋ ਹੋਵੇ, ਕੋਈ ਹੋਰ ਆ ਕੇ ਕਵੇਗਾ ਕੋਈ ਨਹੀਂ ਜੀ ਹੁਣ ਮੈਂ ਤੇਰਾ ਖਸਮ ਆ। ਧਨ ਦੇ ਖਸਮ ਬਹੁਤ ਨੇ। ਖਾਇਓ ਕਿਨਹੂ ਨ ਆਗੇ ਗਇਓ, ਧਰਨੀ ਬਿਖੈ ਦਫਨ ਸੋ ਪਇਓ। ਇਹ ਧਨ ਕਿਸੇ ਨੇ ਖਾਦਾ ਨਹੀਂ। ਮੈਂ ਰੋਜ਼ ਬੇਨਤੀ ਕਰਦਾ, ਖਾਣੀਆਂ ਤੇ 2 ਰੋਟੀਆਂ ਨਹੀਂ ਪਾਈ। ਨਾ ਕਿਸੇ ਨੇ ਚਾਂਦੀ ਖਾਧੀ ਹੈ, ਨਾ ਸੋਨਾ ਖਾਧਾ ਹੈ, ਨਾ ਕਿਸੇ ਨੇ ਹੀਰੇ ਮੋਤੀ ਖਾਧੇ ਨੇ ਕਦੇ, ਨਾ ਕੋਈ ਖਾ ਸਕਦਾ ਹੈ। ਇਹ ਇੱਥੇ ਹੀ ਹੈ, ਕਦੇ ਤੁਹਾਡੇ ਕੋਲ, ਕਦੇ ਮੇਰੇ ਕੋਲ, ਬਸ ਇੱਦਾਂ ਹੀ ਘੁੰਮਦੇ ਫਿਰਦੇ ਰਹਿੰਦੇ ਨੇ। ਹਾਂਜੀ, ਖਾਇਓ ਅੰਨ ਪੀਓ ਮੁਖ ਪਾਨੀ, ਚੀਰ ਹੰਡਾਏ ਅਹੁਦ ਬਿਹਾਨੀ। ਖਾਧਾ ਅੰਨ ਜਾਂਦਾ ਹੈ, ਪੀਤਾ ਪਾਣੀ ਜਾਂਦਾ ਹੈ, ਹੰਡਾਇਆ ਕੱਪੜਾ ਜਾਂਦਾ ਹੈ। ਬਸ 3 ਹੀ ਚੀਜ਼ਾਂ ਨੇ। ਹੰਡਾ ਸਕਦੇ ਹੋ ਤੇ ਕੱਪੜਾ, ਪੀ ਸਕਦੇ ਹੋ ਤੇ ਪਾਣੀ, ਖਾ ਸਕਦੇ ਹੋ ਤੇ ਅੰਨ, ਅਨਾਜ, ਰੋਟੀ। ਹਾਂਜੀ, ਸੋਏ ਨਾ ਖਾਏ ਨ ਚਾਂਦੀ ਖਾਈ, ਧਰਨੀ ਦਫਨ ਕੀਏ ਤਜ ਜਾਈ। ਕਿਸੇ ਨੇ ਸੋਨਾ ਤੇ ਚਾਂਦੀ ਨਹੀਂ ਖਾਧਾ। ਜਾਣ ਤੋਂ ਪਹਿਲਾਂ ਸਭ ਧਰਤੀ ਵਿੱਚ ਦੱਬ ਕੇ ਚਲੇ ਗਏ। ਜਗ ਕੇ ਕਾਜ ਚਲਾਵਨ ਕਾਰਨ, ਧਨ ਕੀਏ ਕਰਨ ਸਰਬ ਵਿਵਹਾਰਨ। ਜਗਤ ਦੇ ਕੰਮ ਚਲਾਉਂਦੇ ਚਲਾਉਂਦੇ ਆਦਮੀ ਧਨ ਦੇ ਵਾਸਤੇ ਭੱਜੇ ਫਿਰਦੇ ਰਹਿ। ਹਾਂਜੀ, ਸੰਤ ਭਗਤ ਜੋ ਉਰ ਸਚਿਆਰੂ, ਗੁਪਤ ਪ੍ਰਗਟ ਸੇ ਜਾਣਨ ਹਾਰੂ। ਰੱਬ ਦੇ ਸੰਤ ਭਗਤ ਉਹ ਨੇ ਜਿਹੜੇ ਗੁਪਤ ਵੀ ਜਾਣਦੇ ਨੇ, ਪ੍ਰਗਟ ਵੀ ਜਾਣਦੇ ਨੇ। ਗੁਪਤ ਕੀ ਹੈ, ਪ੍ਰਗਟ ਕੀ ਹੈ, ਉਹਨਾਂ ਨੂੰ ਸਭ ਪਤਾ ਹੈ। ਹਾਂਜੀ, ਕਿਤੈ ਅਸੰਖ ਪਦਮ ਧਨ ਜੋ, ਸਭ ਧਰਨੀ ਮਹਿ ਗਾਡਿਓ ਸੋ। ਅਸੰਖਾਂ ਪਦਮ, ਇਹ ਧਨ ਦੀ ਕੈਲਕੂਲੇਸ਼ਨ ਹੈ। ਜਿਵੇਂ ਆਪਾਂ ਕਰੋੜ ਕਹਿੰਦੇ ਆ, ਕਰੋੜ ਤੋਂ ਅੱਗੇ ਅਸੀਂ ਅਰਬ ਕਹਿੰਦੇ ਆ, ਅਰਬ ਤੋਂ ਅੱਗੇ ਅਸੀਂ ਸੰਖ ਕਹਿੰਦੇ ਆ, ਸੰਖ ਤੋਂ ਅੱਗੇ ਫਿਰ ਕੋਈ ਇਹਨੂੰ ਪਦਮ ਕਹਿੰਦਾ, ਪਦਮ ਤੋਂ ਅੱਗੇ ਫਿਰ ਗੰਜ ਸ਼ੁਰੂ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਧਨ ਕਿਸੇ ਨੇ ਵੀ ਕਿੰਨਾ ਵੀ ਕਮਾਇਆ, ਸਭ ਇੱਥੇ ਛੱਡ ਕੇ ਚਲੇ ਗਏ। ਹੁਣ ਤੁਸੀਂ ਕਹੋਗੇ ਜੀ ਅੱਜ ਕੱਲ੍ਹ ਲੋਕ ਜ਼ਮੀਨ 'ਚ ਨਹੀਂ ਨੱਪਦੇ, ਲਾਕਰ 'ਚ ਪਿਆ ਰਹਿ ਜਾਂਦਾ। ਫਰਕ ਕੀ ਹੈ? ਗੱਲ ਉਦੋਂ ਲਾਕਰ ਨਹੀਂ ਸੀ ਹੁੰਦੇ, ਲੋਕ ਧਰਤੀ 'ਚ ਦੱਬਦੇ ਸੀ ਵੀ ਕੋਈ ਚੋਰੀ ਨਾ ਕਰ ਲਏ। ਹੁਣ ਲਾਕਰ 'ਚ ਵੀ ਅਸੀਂ ਚੋਰੀ ਕਰਕੇ ਰੱਖਦੇ ਹਾਂ, ਔਰ ਸਾਨੂੰ ਕਿਹੜਾ ਉੱਥੋਂ ਵਿਆਜ ਮਿਲਦੀ ਹੈ ਕੋਈ ਲਾਕਰ 'ਚ ਰੱਖਣ ਦੀ, ਸਗੋਂ ਪੱਲਿਓਂ ਪੈਸੇ ਦੇਣੇ ਪੈਂਦੇ ਨੇ ਬੈਂਕ ਵਾਲਿਆਂ ਨੂੰ। ਤੇ ਨਤੀਜਾ ਕੀ ਨਿਕਲਦਾ? ਜਦੋਂ ਬੰਦਾ ਮਰਦਾ ਹੈ, ਸਾਰੇ ਘਰ ਦੇ ਫਿਰ ਉਹ ਲਾਕਰ ਪਿੱਛੇ ਲੜਦੇ ਰਹਿੰਦੇ ਨੇ, ਕੋਰਟ ਕਚਹਿਰੀ ਤੋਂ ਜਾ ਕੇ ਲੋਕਰ ਖੋਲ੍ਹਦੇ ਨੇ। ਫਿਰ
तो माया ने इत्थे रहना है, बंदे ने अगे चले जाना है। सतगुरु जी पंडित नूं समझाउंदे ने। अज समा समाप्त है, सतगुरु किरपा करन। अगली कथा आपां कल गुरु की गोद विच बैठ के सुणीए। भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।